ਗੁਰਦੁਆਰਾ ਸਾਹਿਬ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਵਿੱਚ ਕਿਸੇ ਨੇ ਪੈਨ ਦੇ ਨਾਲ ਕੁਝ ਛੇੜਛਾੜ ਕਰ ਦਿੱਤੀ ਸੀਗੀ। ਭਾਈ ਸਾਹਿਬ ਜੀ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਤਾਂ ਇਸ ਮਸਲੇ ਦਾ ਹੱਲ ਕਰ ਲਿਆ, ਪਰ ਤੁਸੀਂ ਫਿਰ ਆਏ ਹੋਏ ਹੋ। ਜਿਹੜੇ ਬੰਦੇ ਨੇ ਪੈਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਕਰਿਆ ਆ, ਉਹ ਹਜੇ ਤੱਕ ਨਾ ਤੇ ਪਿੰਡ ਦੀ ਪਕੜ 'ਚ ਆ, ਤੇ ਨਾ SGPC ਦੀ ਪਕੜ 'ਚ ਆ, ਤੇ ਨਾ ਪੁਲਿਸ ਪ੍ਰਸ਼ਾਸਨ ਦੀ ਪਕੜ ਵਿੱਚ ਆ, ਤੇ ਨਾ ਜਥੇਬੰਦੀਆਂ ਦੀ ਪਕੜ 'ਚ ਆ। ਜਦੋਂ ਸਾਡੇ ਕੋਲ ਦੋਸ਼ੀ ਹੈ ਨਹੀਂ, ਮਾਫੀ ਕਿਹਨੂੰ ਦਿੱਤੀ ਬਈ? ਫਿਰ ਆਪਾਂ ਸਜ਼ਾ ਕਿਹਨੂੰ ਲਾਈ ਫਿਰ? ਅੱਛਾ, ਜਦੋਂ ਹੁਣ ਤੁਸੀਂ ਗ੍ਰੰਥੀ ਸਿੰਘ ਦੇ ਨਾਲ ਗੱਲ ਕਰਦੇ ਹੋ ਜੀ, ਉਹਨਾਂ ਨੇ ਤਾਂ ਦੋਸ਼ੀ ਠਹਿਰਾਤਾ ਤੇ ਗ੍ਰੰਥੀ ਸਿੰਘ ਮੈਨੂੰ ਲੱਗਦਾ ਮੰਨ ਵੀ ਗਿਆ, ਤਾਂ ਹੀ ਉਹਨਾਂ ਨੇ ਸਜ਼ਾ ਭੁਗਤ ਲਈ, ਉਹਨਾਂ ਨੇ ਕਬੂਲ ਕਰ ਲਿਆ। ਇੱਥੇ ਜਦੋਂ ਤੁਸੀਂ ਗ੍ਰੰਥੀ ਸਿੰਘ ਨਾਲ ਗੱਲ ਕੀਤੀ ਹੈ ਤਾਂ ਤੁਹਾਡੇ ਕੋਲ ਮੰਨਦੇ ਆ ਕਿ ਹਾਂ ਵੀ ਸਾਡੇ ਕੋਲ ਕੁਤਾਹੀ ਹੋਈ ਹੈ। ਜਾਂ ਤੁਸੀਂ ਥੋੜੀ ਦੇਰ ਪਹਿਲਾਂ ਇੱਥੇ ਗੱਲ ਕਰਦੇ ਸੀਗੇ ਕਿ ਤੁਹਾਡੇ ਤੇ ਵੀ ਵਿੱਚੋਂ ਕੁਝ ਲੋਕ ਦੋਸ਼ ਲਾ ਰਹੇ ਆ ਵੀ ਤੁਸੀਂ ਸ਼ਾਇਦ ਇਹ ਹਰਕਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਹੁਣ ਤਨਖਾਹ ਵੀ ਲਾਤੀ, ਇਹਨਾਂ ਨੂੰ ਸਜ਼ਾ ਵੀ ਲਾਤੀ, ਉਸ ਹਿਸਾਬ ਨਾਲ ਤੇ ਦੋਸ਼ੀ ਵੀ ਹੋ ਗਿਆ ਉਹਨਾਂ ਦੇ ਹਿਸਾਬ ਦੇ ਨਾਲ। ਤੁਹਾਡੀ ਤਸੱਲੀ ਆ ਵੀ ਇਹੀ ਬੰਦੇ ਦੋਸ਼ੀ ਆ ਤੇ ਇਹਨਾਂ ਨੂੰ ਸਜ਼ਾ ਮਿਲ ਗਈ? ਕੋਈ ਤਸੱਲੀ ਨਹੀਂ ਜੀ। ਭਾਈ ਸਾਹਿਬ ਜੀ, ਤੁਸੀਂ ਉੱਥੇ ਮੰਨ ਕੇ ਆ ਗਏ ਹੈ ਨਾ ਜੀ, ਉਹਨਾਂ ਨੇ ਤੁਹਾਨੂੰ ਸਜ਼ਾ ਲਾਤੀ। ਇੱਥੇ ਤੁਸੀਂ ਜਦੋਂ ਗੱਲ ਕਰਦੇ ਹੋ ਤੁਹਾਡੇ ਨਾਲ ਤਾਂ ਫਿਰ ਤੁਸੀਂ ਕਹਿੰਦੇ ਕਿ ਨਹੀਂ ਮੈਂ ਕੋਈ ਕੁਤਾਹੀ ਨਹੀਂ ਕੀਤੀ। ਜੇ ਤੁਸੀਂ ਕੁਤਾਹੀ ਕੀਤੀ ਨਹੀਂ ਤੁਸੀਂ ਕਾਹਨੂੰ ਮੰਨ ਕੇ ਆ ਗਏ ਉੱਥੇ? ਫਿਰ ਦੇਖੋ ਜੀ, ਅਸੀਂ ਹੁਣ ਉੱਥੇ ਇਨਕਾਰ ਨਹੀਂ ਕਰ ਸਕਦੇ। ਨਹੀਂ, ਕਾਹਤੋਂ ਨਹੀਂ ਇਨਕਾਰ? ਤੁਹਾਡੇ ਸਿਰ ਤੇ ਕੋਈ ਡਾਂਗ ਥੋੜੀ ਰੱਖੀ ਕਿਸੇ ਨੇ। ਸਾਹਿਬ ਦੇ ਵੀ ਸੇਵਾ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਉਹਨਾਂ ਨੇ ਸੇਵਾ ਲਾਈ, ਅਸੀਂ ਉੱਥੇ ਕੋਈ ਨਹੀਂ ਗੱਲ ਕੀਤੀ। ਨਹੀਂ, ਕਾਹਨੂੰ ਤੁਹਾਡੇ ਤੇ ਕੋਈ ਵੱਡਾ ਦੋਸ਼ ਲਾ ਦੇਣਗੇ ਤਾਂ ਫਿਰ ਤੁਸੀਂ ਉਹ ਵੀ ਕਬੂਲ ਕਰ ਲਓਗੇ ਇਦਾਂ ਹੀ? ਨਹੀਂ ਜੀ, ਉਹ ਨਹੀਂ। ਅੱਜ ਤੁਸੀਂ ਫਸ ਗਏ। ਅੱਜ ਦੇਖੋ ਤੁਸੀਂ ਸਤਿਕਾਰ ਕਮੇਟੀ ਵਾਲੇ ਸਾਰੇ ਆਏ ਆ, ਹਾਂਜੀ ਹਾਂਜੀ ਐ ਲੱਗਦਾ ਨਹੀਂ ਹੈਗਾ ਕਿ ਯਾਰ ਮੈਂ ਤਾਂ ਫਸ ਗਿਆ। ਹਾਂਜੀ, ਜੇ ਤਾਂ ਤੁਸੀਂ ਪੈਨ ਨਾਲ ਲਿਖਿਆ ਫਿਰ ਤਾਂ ਤੁਸੀਂ ਦੋਸ਼ੀ ਆ, ਜੇ ਤੁਸੀਂ ਲਿਖਿਆ ਨਹੀਂ ਫਿਰ ਤੁਸੀਂ ਦੋਸ਼ੀ ਨਹੀਂ। ਦੱਸੋ ਦੋਵਾਂ ਚੋਂ ਇੱਕ ਗੱਲ ਕਿਹੜੀ ਸਹੀ ਆ? ਅਗਰ ਇਸ ਕੇਸ ਦੇ ਵਿੱਚ ਮੇਰੀ 1% ਵੀ ਇਨਵੋਲਵ ਆ ਗਈ ਤਾਂ ਮੈਨੂੰ ਪੂਰੇ ਨਗਰ ਦੇ ਸਾਹਮਣੇ ਕਢਾ ਕੇ ਗੋਲੀ ਮਾਰਤੀ ਜਾ। ਪੂਰੇ ਨਗਰ ਇੱਕ ਵੀ ਜਿਹੜੇ ਅੱਖਰ ਆ ਦੂਜੇ ਗੁਰੂ ਸਾਹਿਬ ਤੇ ਉਹ ਬਲੇਡ ਨਾਲ ਮਿਟਾਏ ਗਏ। ਉਹ ਮੈਂ ਮਿਟਾਤੇ? ਤੁਹਾਨੂੰ ਕੀ ਲੱਗਦਾ ਕਿਹਨੇ ਮਿਟਾਤੇ? ਉਹ ਇਹਨਾਂ ਦੋਨਾਂ ਨੇ ਮਿਟਾਏ ਆ। ਕਿਹਨਾਂ ਨੇ? ਇਹਨਾਂ ਦੋਨਾਂ ਨੇ। ਇਹ ਗ੍ਰੰਥੀ ਸਿੰਘ ਅਤੇ ਹੋਰ ਕੌਣ? ਉਹਨਾਂ ਭਰਾਵਾਂ 'ਚ ਹੀ ਇਹ ਗੱਲ। ਉਹ ਦੱਸੋ। ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ। ਗੱਲ ਸਾਹਮਣੇ ਆ ਗਈ ਆ, ਲਗਭਗ ਅਸੀਂ ਨੇੜੇ ਪਹੁੰਚ ਜਾਵਾਂਗੇ, ਇਹਨੂੰ ਕੱਢ ਕੇ ਛੱਡਾਂਗੇ। ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ, ਅੱਜ ਆਪਾਂ ਹੈਗੇ ਆ ਜੀ ਜਗਰਾਉਂ ਦੇ ਲਾਗੇ ਪੈਂਦਾ ਪਿੰਡ ਸ਼ੇਰਪੁਰ ਕਲਾਂ। ਉੱਥੋਂ ਦੇ ਗੁਰੂ ਘਰ ਵਿੱਚ ਆਪਾਂ ਇਸ ਵੇਲੇ ਖਲੋਤੇ ਹੈਗੇ ਆ। ਮੇਰੇ ਨਾਲ ਤੁਸੀਂ ਆਸੇ-ਪਾਸੇ ਦੇਖ ਸਕਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਸਾਹਿਬ ਹੈਗੇ ਨੇ, ਤਰਲੋਚਨ ਸਿੰਘ ਸੋਹਲ ਜੀ ਹੈਗੇ ਨੇ, ਭਾਈ ਸੁਖਜੀਤ ਸਿੰਘ ਖੋਸੇ ਤੋਂ ਇਲਾਵਾ ਹੋਰ ਜਥੇਬੰਦੀ ਦੇ ਸਾਰੇ ਸਿੰਘ ਆਏ ਹੋਏ ਆ। ਪਿੰਡ ਦੇ ਮੋਹਤਵਰ ਸੱਜਣ ਵੀ ਹੈਗੇ ਨੇ ਤੇ ਪਿੰਡ ਵਾਸੀ ਵੀ। ਹੋਰ ਇੱਧਰ ਆਸੇ-ਪਾਸੇ ਘੁਮਾ ਕੇ ਇੱਕ ਵਾਰ ਮਾੜਾ ਜਿਹਾ ਦਿਖਾ ਦਿਓ। ਇੱਥੇ ਮਸਲਾ ਹੈਗਾ ਜੀ ਇੱਕ, ਉਸ ਮਸਲੇ ਬਾਬਤ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਗੁਰਦੁਆਰਾ ਸਾਹਿਬ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੇ ਵਿੱਚ ਕਿਸੇ ਨੇ ਪੈਨ ਦੇ ਨਾਲ ਕੁਝ ਛੇੜਛਾੜ ਕਰ ਦਿੱਤੀ ਸੀਗੀ। ਸੋ ਉਹ ਛੇੜਛਾੜ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇਹ ਮਸਲਾ ਗਿਆ। ਅਕਾਲ ਤਖਤ ਸਾਹਿਬ ਦੇ ਉੱਪਰ ਵੀ ਮਸਲਾ ਪਹੁੰਚਿਆ, ਥਾਣੇ ਦਰਖਾਸਤ ਵੀ ਦਿੱਤੀ ਗਈ ਸੀਗੀ। ਉਸ ਤੋਂ ਬਾਅਦ ਕੀ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਇਸ ਮਸਲੇ ਦਾ ਹੱਲ ਕਰ ਦਿੱਤਾ। ਜਿਹੜੇ ਇੱਥੋਂ ਦੇ ਗ੍ਰੰਥੀ ਸਿੰਘ ਹੈਗੇ ਨੇ, ਉਹਨਾਂ ਤੋਂ ਇਲਾਵਾ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਇੱਥੋਂ ਦੀ ਪ੍ਰਬੰਧਕ ਕਮੇਟੀ ਵਾਲੇ ਹੈਗੇ ਆ, ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਹ ਆਖਿਆ ਕਿ ਇਹਨਾਂ ਨੂੰ ਅਸੀਂ ਸਜ਼ਾ ਲਾਉਂਦੇ ਆ। ਸਜ਼ਾ ਜਿੱਦਾਂ ਦੀ ਲੱਗਦੀ ਹੈ ਕਿ ਤੁਸੀਂ ਸਹਿਜ ਪਾਠ ਦਾ ਇੱਕ ਪਾਠ ਕਰਵਾਓਗੇ, ਉਸ ਤੋਂ ਬਾਅਦ ਤੁਸੀਂ ਦੇਗ ਕਰਵਾਓਗੇ, ਤੁਸੀਂ ਗੋਲਕ ਦੇ ਵਿੱਚ ਇੰਨੀ ਮਾਇਆ ਪਾਓਗੇ, ਉਹ ਸਾਰਾ ਕੁਝ ਉਹਨਾਂ ਨੇ ਕਰ ਲਿਆ। ਸੋ ਉਹਨਾਂ ਦੇ ਹਿਸਾਬ ਦੇ ਨਾਲ ਦੋਸ਼ੀ ਫੜ ਵੀ ਲਏ, ਉਹਨਾਂ ਨੇ ਦੋਸ਼ੀ ਸਾਬਤ ਵੀ ਹੋ ਗਏ। ਪਰ ਉਹਦੇ ਬਾਵਜੂਦ ਵੀ ਸਤਿਕਾਰ ਕਮੇਟੀ ਵਾਲੇ ਅੱਜ ਇੱਥੇ ਆਏ ਹੋਏ ਨੇ ਕਿ ਉਹਨਾਂ ਨੇ ਤਾਂ ਮਸਲਾ ਹੱਲ ਕਰ ਲਿਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਪਰ ਅੱਜ ਫਿਰ ਦੁਬਾਰਾ ਇਕੱਠ ਕਿਉਂ? ਭਾਈ ਖੋਸਾ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਤਾਂ ਇਸ ਮਸਲੇ ਦਾ ਹੱਲ ਕਰ ਲਿਆ, ਪਰ ਤੁਸੀਂ ਫਿਰ ਆਏ ਹੋਏ ਹੋ। ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਸੇ ਇੱਕ ਸੰਸਥਾ ਦਾ ਨਹੀਂ ਹੈਗਾ, ਉਹ ਸਾਰੇ ਸਿੱਖ ਜਗਤ ਦਾ ਹੈਗਾ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਤੁਹੀਨ ਜਿਹੜੀ ਹੁੰਦੀ ਆ, ਉਹਦੀ ਚੋਮ, ਉਹਦੀ ਦਰਦ, ਉਹਦੀ ਪੀੜਾ ਕਿਹਨੂੰ ਕਿੰਨੀ ਹੈ ਜੀ, ਇਹ ਜ਼ਬਾਨ ਨਾਲ ਨਹੀਂ ਦੱਸੀ ਜਾ ਸਕਦੀ ਜੀ। ਕਿਉਂਕਿ ਅਸੀਂ ਲੰਮੇ ਸਮੇਂ ਤੋਂ ਇਹ ਦੇਖਦੇ ਆ ਰਹੇ ਹਾਂ ਵੀ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਂਦੀ ਆ ਜੀ। ਜਿਹੜਾ SGPC ਦੇ ਪ੍ਰਬੰਧ ਦੀ ਆਪਾਂ ਗੱਲ ਕਰਦੇ ਹਾਂ, ਇਹਨਾਂ ਨੇ ਪਿਛਲੇ ਸਮੇਂ 'ਚ 2015 ਤੋਂ ਬਾਅਦ ਜਦੋਂ ਬੇਅਦਬੀਆਂ ਦੇ ਦੌਰ ਚੱਲੇ ਸੀਗੇ, ਬਿਨਾਂ ਮੰਗਿਆ ਮਾਫੀ ਦਿੱਤੀ। ਬਾਅਦ 'ਚ ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ, ਸਹੀ ਸਾਬਤ ਕਰਨ ਵਾਸਤੇ 90 ਲੱਖ ਦਾ ਇਸ਼ਤਿਹਾਰ ਵੀ ਦਿੱਤਾ। ਜਿਹੜੇ ਲੋਕ ਬਿਨਾਂ ਮੰਗਿਆ ਮਾਫੀ ਦਿੰਦੇ ਆ, ਉਹਨਾਂ ਦੀ ਇੱਕ ਉਸੇ ਪ੍ਰਬੰਧ ਦੇ ਇੱਕ ਮੇਨ ਅਹੁਦੇਦਾਰ ਗਰੇਵਾਲ ਹੈਗੇ ਆ ਕੋਈ, ਜਿਹੜੇ ਜਨਰਲ ਸਕੱਤਰ ਵੀ ਹੈਗੇ ਗੁਰਚਰਨ ਸਿੰਘ ਗਰੇਵਾਲ, ਇਹ ਉਹਨਾਂ ਦਾ ਹੀ SGPC ਦਾ ਇਲਾਕਾ ਹੈਗਾ। ਇਹ ਲੋਕ ਉਹਨਾਂ ਦੇ ਕੋਲ ਜਾਂਦੇ ਆ। ਹੁਣ ਇਹਨਾਂ ਦੇ ਪਿੰਡ ਵਾਲਿਆਂ ਨੂੰ ਉੱਥੇ ਬੁਲਾ ਲਿਆ ਜਾਂਦਾ ਜੀ। ਅੱਛਾ, ਪਿੰਡ ਵਾਲਿਆਂ ਨੂੰ ਬੁਲਾ ਕੇ ਤੇ
ਪੰਜ ਪਿਆਰਿਆਂ ਦੇ ਵਾਇਆ ਪੰਜ ਪਿਆਰੇ ਕਰਕੇ ਤੇ ਕੜਾਹ ਪ੍ਰਸ਼ਾਦੀ ਦੇਗ ਤੇ ਸਹਿਜ ਪਾਠ ਤੇ ਬਾਅਦ ਚ ਲੰਗਰ ਦੀ ਉਹ ਸੇਵਾ ਲਾ ਦਿੱਤੀ ਜਾਂਦੀ ਹੈ। ਹੁਣ ਦੇਖੋ ਜਿਹੜੇ ਬੰਦੇ ਨੇ ਪੈਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਕਰਿਆ ਆ ਉਹ ਹਜੇ ਤੱਕ ਨਾ ਤੇ ਪਿੰਡ ਦੀ ਪਕੜ 'ਚ ਆ ਤੇ ਨਾ SGPC ਦੀ ਪਕੜ 'ਚ ਆ ਤੇ ਨਾ ਪੁਲਿਸ ਪ੍ਰਸ਼ਾਸਨ ਦੀ ਪਕੜ ਵਿੱਚ ਆ ਤੇ ਨਾ ਜਥੇਬੰਦੀਆਂ ਦੀ ਪਕੜ 'ਚ ਆ। ਜਦੋਂ ਸਾਡੇ ਕੋਲ ਦੋਸ਼ੀ ਹੈ ਨਹੀਂ, ਮਾਫੀ ਕਿਹਨੂੰ ਦਿੱਤੀ ਬਈ ਫਿਰ ਆਪਾਂ? ਸਜ਼ਾ ਕਿਹਨੂੰ ਲਾਈ ਫਿਰ? ਜੇ ਦੋਸ਼ੀ ਸੀ, ਮੰਨ ਲਓ ਗ੍ਰੰਥੀ ਦੋਸ਼ੀ ਆ, ਉਹ ਤੇ 295 ਦਾ ਪਰਚਾ ਕਿਉਂ ਨਹੀਂ ਕਰਾਇਆ SGPC ਨੇ ਬਈ? ਜੇ ਕਮੇਟੀ ਸੀਗੀ ਦੋਸ਼ੀ ਤੇ ਦੋਸ਼ੀ ਤੇ ਇਹਨਾਂ ਦੇ ਉੱਤੇ ਧਾਰਾ ਕਿਉਂ ਨਹੀਂ ਲਾਈਆਂ ਗਈਆਂ? ਕਿਉਂ ਲਿਹਾਜ਼ ਕੀਤਾ ਗਿਆ? ਕਿਉਂ ਰਿਆਇਤ ਕੀਤੀ ਗਈ? ਭਾਵੇਂ ਮੈਂ ਕਿਉਂ ਨਾ ਹੋਵਾਂ, ਜੇ ਮੈਂ ਕੁਛ ਕਰਦਾ ਹੈਗਾ ਦੋਸ਼ ਹਾਂ ਤੇ ਮੇਰੇ ਤੇ ਪਰਚਾ ਹੋਣਾ ਚਾਹੀਦਾ ਵਾ। ਅੱਛਾ, ਜਦੋਂ ਹੁਣ ਤੁਸੀਂ ਗ੍ਰੰਥੀ ਸਿੰਘ ਦੇ ਨਾਲ ਗੱਲ ਕਰਦੇ ਹੋ ਜੀ, ਉਹਨਾਂ ਨੇ ਤਾਂ ਦੋਸ਼ੀ ਠਹਿਰਾਤਾ ਤੇ ਗ੍ਰੰਥੀ ਸਿੰਘ ਮੈਨੂੰ ਲੱਗਦਾ ਮੰਨ ਵੀ ਗਿਆ, ਤਾਂ ਹੀ ਉਹਨਾਂ ਨੇ ਸਜ਼ਾ ਭੁਗਤ ਲਈ, ਉਹਨਾਂ ਨੇ ਕਬੂਲ ਕਰ ਲਿਆ। ਇੱਥੇ ਜਦੋਂ ਤੁਸੀਂ ਗ੍ਰੰਥੀ ਸਿੰਘ ਨਾਲ ਗੱਲ ਕੀਤੀ ਹੈ ਤਾਂ ਤੁਹਾਡੇ ਕੋਲ ਮੰਨਦੇ ਆ ਕਿ ਹਾਂ ਵੀ ਸਾਡੇ ਕੋਲ ਕੁਤਾਹੀ ਹੋਈ ਆ? ਨਹੀਂ, ਹਜੇ ਤੱਕ ਤਾਂ ਉਹਨਾਂ ਨੇ ਇਦਾਂ ਦੀ ਕੋਈ ਗੱਲ ਮੰਨੀ ਨਹੀਂ ਹੈਗੀ। ਪਰ ਉੱਥੇ ਮੰਨਿਆ, ਇਹ ਕਮਾਲ ਦੀ ਗੱਲ ਹੀ ਹੋ। ਉਹ ਦੇਖੋ ਜੀ, ਭੋਲੇ ਲੋਕ ਆ, ਜਿਵੇਂ 5 7 10 20 ਇਕੱਠੇ ਹੋ ਜਾਂਦੇ ਆ ਪਿੰਡਾਂ 'ਚ, 20 ਜਾਣੇ ਇਕੱਠੇ ਹੋ ਗਏ, ਉਹ ਚਲੋ ਕੋਈ ਨਹੀਂ, ਗੁਰੂ ਘਰ ਦਾ ਮਸਲਾ ਹੈਗਾ, ਗੱਲ ਟਿਕੀ ਰਹੇ, ਜੇ ਆਪਾਂ ਨੂੰ ਕਹਿੰਦੇ ਆ ਤਾਂ ਆਪਾਂ ਪਾਠ ਕਰਾ ਦਈਏ। ਪਰ ਇਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਦਾ ਠੱਪਾ ਲਵਾ ਰਹੇ ਹਾਂ ਅਸੀਂ ਉੱਪਰ ਆਪਦੇ। ਮਤਲਬ ਤੁਹਾਨੂੰ ਲੱਗਦਾ ਕਿ ਮੈਨੂੰ ਕੋਈ ਕਹੇ, ਮੈਨੂੰ ਕੋਈ 500 ਬੰਦਾ ਇਕੱਠਾ ਹੋ ਕੇ ਕਹੀ ਜਾਵੇ ਕੋਈ ਨਹੀਂ ਜੀ, ਕੋਈ ਨਹੀਂ, ਮੈਂ ਨਹੀਂ ਮੰਨਦਾ ਜੀ ਇਦਾਂ। ਕੋਈ ਨਹੀਂ ਦਾ ਮਤਲਬ ਕੀ ਆ? ਜੇ ਮੈਂ ਕੀਤਾ ਨਹੀਂ ਹੈਗਾ ਫਿਰ ਮੈਂ ਮੰਨਾਂ ਕਿਉਂ? ਤੇ ਜੇ ਮੈਂ ਮੰਨ ਰਿਹਾ ਤੇ ਇਹਦਾ ਮਤਲਬ ਮੈਂ ਕੀਤਾ ਆ। ਮਤਲਬ ਤੁਹਾਡੀ ਨਜ਼ਰ ਵਿੱਚ ਗ੍ਰੰਥੀ ਸਿੰਘ ਹਲੇ ਦੋਸ਼ੀ ਨਹੀਂ ਆ? ਮੈਂ ਤਾਂ ਨਹੀਂ ਮੰਨਦਾ ਜੀ, ਨਾ ਮੈਂ ਕਮੇਟੀ ਨੂੰ ਦੋਸ਼ੀ ਮੰਨਦਾ, ਨਾ ਮੈਂ ਗ੍ਰੰਥੀ ਨੂੰ ਦੋਸ਼ੀ ਮੰਨਦਾ। ਦੋਸ਼ੀ ਤਾਂ ਮੈਂ ਮੰਨਦਾ ਉਸ ਪ੍ਰਬੰਧ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੋਂ ਲਿਜਾ ਰਿਹਾ। ਕਿਉਂ ਲਿਜਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ? ਕੀ ਗੱਲ, ਜੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਇੱਥੇ ਸੁਭਾਇਮਾਨ ਇੱਥੇ ਕਿਉਂ ਨਹੀਂ ਰਹਿ ਸਕਦੇ? ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਖਾਤੇ, ਕਿਤੇ ਨਾ ਕਿਤੇ ਜਿਹੜੀ ਗਾਂਟੀ ਆ ਉਹ ਗਲਤ ਜਗ੍ਹਾ ਤੇ ਫਸੀ ਹੋਈ ਆ। ਕਿਉਂ ਸਬੂਤ ਮਿਟਾਉਣੇ ਆ ਬਈ? ਜੇ ਪੈਨ ਨਾਲ ਲਿਖਿਆ ਤੇ ਅੱਜ ਵੀ ਸਰੂਪ ਉੱਥੇ ਹੀ ਹੈਗੇ ਆ। ਚਲੋ ਉਹ ਤਾਂ ਸ਼ਾਬਾਸ਼ ਇਹਨਾਂ ਵੀਰਾਂ ਦੇ ਜਿਨ੍ਹਾਂ ਨੇ ਭੱਜ ਨੱਠ ਕਰਕੇ ਉੱਥੇ ਉਹ ਕਰ ਲਿਆ ਜਾ ਕੇ, ਤੇ ਜੇ ਉੱਥੇ ਵੀ ਸੰਸਕਾਰ ਹੋ ਜਾਂਦਾ ਫਿਰ ਗੱਲ ਖਤਮ ਹੋ ਗਈ ਸੀ। ਮਤਲਬ ਪਾਵਨ ਸਰੂਪ ਇੱਥੋਂ ਲਿਜਾ ਚੁੱਕੇ ਨੇ ਤੇ ਸੰਸਕਾਰ ਕਰਨ ਵਾਸਤੇ ਗੋਇੰਦਵਾਲ ਸਾਹਿਬ ਭੇਜ ਉਹਨਾਂ ਦਿੱਤੇ। ਨੂੰ ਕਿਹਾ ਵੀ ਗਿਆ, ਪ੍ਰੈਸ਼ਰਾਈਜ਼ ਵੀ ਕੀਤਾ ਗਿਆ, ਪ੍ਰਬੰਧ ਵੱਲੋਂ ਪ੍ਰੈਸ਼ਰ ਵੀ ਪਾਇਆ ਗਿਆ ਕਿ ਤੁਸੀਂ ਕਰੋ। ਪਰ ਉਹਨਾਂ ਨੂੰ ਵੀ ਹੁਣ ਅੱਜ ਕੱਲ੍ਹ ਅਗਲਾ ਵੀ ਜਦੋਂ ਫੋਨ ਤੇ ਕਹਿੰਦੇ ਆ, ਉਹ ਮੈਨੇਜਰ ਅਗਲਾ ਸੁਣ ਲੈਂਦਾ, ਅਗਲੇ ਨੂੰ ਪਤਾ ਹੈਗਾ ਕਿ ਕੱਲ ਨੂੰ ਇਹ ਕੁਛ ਨਾ ਕੁਛ ਹੋਣਾ ਹੀ ਆ ਖੜਾ, ਕਿਉਂਕਿ ਛੋਟੀ ਗੱਲ ਨਹੀਂ ਹੈਗੀ। ਇੱਕ ਤਾਂ ਹੈਗਾ ਅੰਗ, ਅਸੀਂ ਆ ਬੇਅਦਬੀ ਪਤਾ ਕਿਹਨੂੰ ਮੰਨ ਰਹੇ ਆ? ਅੰਗ ਪਾੜ ਦਿੱਤੇ ਜੀ, ਤੇ ਜਾਂ ਜੀ ਸ਼ਰਾਬ ਪੀ ਕੇ ਉੱਥੇ ਚਲ ਗਿਆ, ਉਹ ਬੇਅਦਬੀ ਆ। ਪੈਨ ਨਾਲ ਲਿਖਣਾ ਬੇਅਦਬੀ ਨਹੀਂ ਹੈਗਾ। ਮਤਲਬ ਅੱਖਰ ਤਬਦੀਲ ਕਰ ਦੇਣਾ ਕੋਈ। ਰਾਮ ਰਾਏ ਨੂੰ ਗੁਰੂ ਹਰਿਰਾਏ ਸਾਹਿਬ ਨੇ ਮਹਾਰਾਜ ਨੇ ਕੀ ਕਿਹਾ ਸੀਗਾ? ਵੀ ਜਿਹੜੇ ਪਾਸੇ ਤੇਰਾ ਮੂੰਹ ਹੈਗਾ ਉਧਰ ਨੂੰ ਤੁਰ ਜਾ। ਕਿੱਡੀ ਵੱਡੀ ਗੱਲ ਸੀ। ਕਿੱਡੀ ਆਪਦੇ ਪੁੱਤਰ ਨੂੰ, ਬਿੰਦੀ ਪੁੱਤਰ ਨੂੰ ਇਹ ਗੱਲ ਕਹਿਣੀ ਵੀ ਜਿੱਧਰ ਤੇਰਾ ਮੂੰਹ ਹੈਗਾ ਉਧਰ ਚੱਲ ਜਾ। ਤੇ ਅਸੀਂ ਅੱਜ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਉਹਨੂੰ ਛੱਡੀ ਜਾਂਦੇ ਆ ਜਿਹੜੇ ਬੰਦੇ ਨੇ ਆਹ ਕੀਤਾ। ਕੋਈ ਛੋਟੀ ਗੱਲ ਥੋੜ੍ਹਾ, ਵੱਡੀ ਗੱਲ ਹੈਗੀ ਆ। ਸੋ ਇਹ ਜਿਹੜਾ ਮਸਲਾ ਮੈਂ ਕਹਿੰਦਾ ਅੱਜ ਸ਼ੁਰੂ ਹੋਇਆ, ਇਹ ਮੁੱਕਣਾ ਨਹੀਂ ਹੈਗਾ। ਇਹ ਉਹ ਲੋਕ ਨੇ ਜਿਨ੍ਹਾਂ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੇਚ ਦਿੱਤੇ ਤੇ ਮੁੜ ਕੇ ਸਾਰਾ ਮੁੱਦਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਤੇ ਅੱਜ 328 ਦੇ ਵਿੱਚ 2 ਹੋਰ ਜੜਵਾ ਲੈ, ਨਾਲ ਪਲੱਸ ਕਰਾ ਲਿਆ, 30 ਕਰਾ ਲੈ, 2 ਇੱਥੋਂ ਚੁੱਕ ਕੇ ਲੈ ਗਏ। ਇਹ ਜਿਹੜੀਆਂ ਸ਼ੈਤਾਨੀਆਂ ਕਰਦੇ, ਇਹ ਤਾਂ ਲੋਕ ਹੈਗੇ ਪਿੰਡਾਂ ਵਾਲੇ ਲੋਕ ਤਾਂ ਭੋਲੇ ਨੇ। ਇਹ ਤਾਂ ਵਿਚਾਰੇ ਭੱਜਦੇ ਨੇ ਵੀ ਚਲੋ ਚੱਲਦੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਕੋਲ, ਸਾਨੂੰ ਉੱਥੋਂ ਕੁਝ ਨਾ ਕੁਝ ਮਿਲੇ। ਪਰੰਤੂ ਉੱਥੇ ਜਾ ਕੇ ਇਹਨਾਂ ਦਾ ਸਾਡੇ ਲੋਕਾਂ ਦਾ ਧਾਰਮਿਕ ਸ਼ੋਸ਼ਣ ਕਰਦੇ ਆ, ਸਮਾਜਿਕ ਸ਼ੋਸ਼ਣ ਵੀ ਹੋ ਗਿਆ, ਤੇ ਜਿਹੜੀ ਧਨ ਦੇ ਤੌਰ ਤੇ ਵੀ ਸ਼ੋਸ਼ਣ ਹੋ ਗਿਆ। ਵੀ ਪਹਿਲਾਂ ਉੱਥੇ ਭਜਾਏ ਹੋਣਗੇ ਅੰਮ੍ਰਿਤਸਰ ਵੱਲ ਨੂੰ ਵਿਚਾਰੇ ਕਪਾੜੇ ਖਰਚ ਕੇ, ਗੱਡੀਆਂ ਲੈ ਕੇ ਤੁਰੇ। ਲਾਹਣਤਵਾ ਵੀ ਏਡਾ ਵੱਡਾ ਪ੍ਰਬੰਧ ਹੋਵੇ ਤੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਲਈ ਪਾਲਕੀ ਸਾਹਿਬ ਵੀ ਨਸੀਬ ਨਹੀਂ ਹੋਇਆ। ਅਸੀਂ ਨੋਵਾ ਗੱਡੀਆਂ 'ਚ ਲਿਜਾਨੇ ਆ, ਪਹਿਲਾਂ ਲੈ ਕੇ ਜਾਣੇ, ਫਿਰ ਚੇਤਾ ਭੁੱਲ ਜਾਂਦਾ, ਦੂਜਾ ਸਰੂਪ ਫੇਰ ਲੈਣ ਆਉਂਦੇ ਆ। ਕਿ ਇਹਨੂੰ ਅਸੀਂ ਬੇਅਦਬੀ ਨਹੀਂ ਮੰਨਦੇ, ਠੀਕ ਆ। ਤੇ ਜੇ ਇੱਥੇ ਕੋਈ ਹੋਰ ਬੰਦਾ ਕਹਿ ਦਿੰਦਾ ਵੀ ਫਲਾਨਾ ਚੈਨਲ, ਮੰਨ ਲਓ ਤੁਸੀਂ ਚੈਨਲ ਵਾਲੇ ਕਹਿ ਦਿਓ ਵੀ ਤੁਹਾਡਾ ਦਿਲ ਕਰਦਾ ਹੋਵੇ ਕਿਸੇ ਦਿਨ ਵੀ ਮੈਂ ਦਰਬਾਰ ਸਾਹਿਬ ਜਾਣਾ ਤਾਂ ਅੱਜ ਮੈਂ ਆਪਦੇ ਚੈਨਲ ਤੋਂ ਗੁਰਬਾਣੀ ਦਿਖਾਉਣੀ ਆ, ਤੇ ਮੈਨੂੰ ਲੱਗਦਾ ਤੁਹਾਨੂੰ ਕੁੱਟ ਕੇ ਭਜਾਉਣਗੇ ਉਸੋਂ, ਹੈ ਨਾ। ਇਹ ਇਦਾਂ ਦਾ ਪ੍ਰੋਗਰਾਮ ਬਣਿਆ ਹੋਇਆ ਤੇ ਆਪ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਉੱਤੇ ਇਹ ਜਿਹੜੇ ਇਹ ਗੱਲਾਂ ਕਰਦੇ ਹੈਗੇ ਆ ਜੀ। ਮੈਂ ਤਰਲੋਚਨ ਸਿੰਘ ਸੋਲ ਜੀ ਹੈਗੇ ਨੇ, ਮੈਂ ਖੁਸ਼ ਹਾਂ ਤੁਹਾਡੇ ਨਾਲ ਦੁਬਾਰਾ ਫਿਰ ਗੱਲ ਕਰਨੀ ਹੈ। ਇੱਥੇ ਗ੍ਰੰਥੀ ਸਿੰਘ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਉੱਪਰ ਦੋਸ਼ ਲਗਾਏ ਗਏ ਔਰ ਜਿਨ੍ਹਾਂ ਨੂੰ ਸਜ਼ਾ ਲਾਈ ਗਈ ਔਰ ਉਹਨਾਂ ਨੇ ਸਜ਼ਾ ਭੁਗਤ ਵੀ ਲਈ, ਮੈਂ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਵਾਊਂਗਾ। ਇੱਕ ਆ ਭਾਈ ਸਾਹਿਬ ਹੈਗੇ ਨੇ, ਪਿੰਡ ਦੇ ਹੀ ਹੈਗੇ ਨੇ, ਮੇਰੇ ਖਿਆਲ ਸਾਬਕਾ ਕਮੇਟੀ ਦੇ ਪ੍ਰਧਾਨ ਹੈਗੇ ਨੇ। ਨਹੀਂ ਜੀ, ਮੈਂ ਕੁਝ ਨਹੀਂ। ਤੁਸੀਂ ਕੁਝ ਨਹੀਂ ਹੈਗੇ ਹੋ? ਅੱਛਾ, ਤੁਸੀਂ ਥੋੜੀ ਦੇਰ ਪਹਿਲਾਂ ਇੱਥੇ ਗੱਲ ਕਰਦੇ ਸੀਗੇ ਕਿ ਤੁਹਾਡੇ ਤੇ ਵੀ ਵਿੱਚੋਂ ਕੁਝ ਲੋਕ ਦੋਸ਼ ਲਾ ਰਹੇ ਆ ਵੀ ਤੁਸੀਂ ਸ਼ਾਇਦ ਇਹ ਹਰਕਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਚਰਨ ਸਿੰਘ ਹਾਂ ਜੀ, ਸਾਬਕਾ ਫੌਜੀ ਹਾਂ।
ਜੀ ਮੈਂ ਗ੍ਰੰਥ ਸਾਹਿਬ ਦੇ ਉੱਤੇ ਇੱਕ ਗਰੀਬ ਪਰਿਵਾਰ ਦਾ ਬੱਚੇ ਦੀ ਡੈਥ ਹੋ ਗਈ ਸੀਗੀ, ਬਹੁਤ ਛੋਟਾ ਪਰਿਵਾਰ ਸੀਗਾ, ਮਤਲਬ ਬਿਲਕੁਲ ਹੀ ਗਰੀਬ ਸੀਗਾ। ਭਾਈ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਉਹਨਾਂ ਦੇ ਸਹਿਜ ਪਾਠ ਫ੍ਰੀ ਕਰਨ ਦੀ, ਵੀ ਗਰੀਬ ਪਰਿਵਾਰ ਆ। ਭਾਈ ਸਾਹਿਬ ਨੇ ਜਵਾਬ ਦਿੱਤਾ ਮੈਨੂੰ, ਉਹ ਕਰੇ ਵੀ ਤੂੰ ਕਰ ਦੇ। ਫਿਰ ਉਹਨਾਂ ਨੇ ਪ੍ਰਕਾਸ਼ ਕਰਤਾ ਤੇ ਗ੍ਰੰਥ ਸਾਹਿਬ ਤੇ ਮੈਂ ਪਾਠ ਕਰ ਰਿਹਾ ਸੀ। ਉਸ ਟਾਈਮ ਮੈਨੂੰ ਪਤਾ ਲੱਗਿਆ, ਮੈਂ ਪ੍ਰਧਾਨ ਸਾਹਿਬ ਦੇ ਘਰੇ ਗਿਆ ਜੀ, ਘਰੇ ਸਾਈਕਲ ਚੱਕ ਕੇ ਘਰੇ ਜਾ ਕੇ ਪ੍ਰਧਾਨ ਸਾਹਿਬ ਨੂੰ ਮੈਂ ਦੱਸਿਆ ਮਹਿੰਦਰ ਸਿੰਘ ਪ੍ਰਧਾਨ ਆ ਜੀ। ਫਿਰ ਅਗਲੇ ਦਿਨ ਮੈਂ ਇੰਦਰ ਸਿੰਘ ਤੇ ਜਗਰਾਜ ਸਿੰਘ ਇਹਨਾਂ ਨੂੰ ਦੱਸਿਆ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥ ਸਾਹਿਬ ਦੇ ਵਿੱਚ ਆਹ ਸ਼ਬਦ ਚੇਂਜ ਹੋ ਗਏ। 15 ਜਿੱਦਣ ਫੱਗਣ ਦੀ ਸੰਗਰਾਂਦ ਸੀ, ਅਸੀਂ ਭਾਈ ਅੰਦਰ ਦੇਗ ਵਰਤਾਉਂਦਾ ਸੀਗਾ ਸਾਡਾ ਗ੍ਰੰਥੀ, ਉਹਨੂੰ ਜਾ ਕੇ ਪੁੱਛਿਆ, ਨਾਲ ਇੰਦਰ ਸਿੰਘ ਵੀ ਸੀ, ਜਗਰਾਜ ਸਿੰਘ ਵੀ ਸੀ, ਮੈਂ ਖੁਦ ਸੀਗਾ। ਪੁੱਛਿਆ ਜੀ ਤੁਹਾਨੂੰ ਆਪਣੇ ਸ਼ਬਦ ਇਸ ਤਰ੍ਹਾਂ ਕੱਟ ਕੇ ਲਿਖਿਓ, ਤੁਹਾਨੂੰ ਇਹਦੇ ਪਤਾ? ਭਾਈ ਸਾਹਿਬ ਨੇ ਸਾਡੇ ਤਿੰਨਾਂ ਬੰਦਿਆਂ ਦੇ ਸਾਹਮਣੇ ਮੰਨਿਆ ਜੀ, ਹਾਂ ਮੈਨੂੰ 1.25 ਸਾਲ ਪਹਿਲਾਂ ਦਾ ਪਤਾ ਇਹਦੇ ਬਾਰੇ। ਫਿਰ ਜਗਰਾਜ ਸਿੰਘ ਨੇ ਸਵਾਲ ਕੀਤਾ ਵੀ ਤੁਸੀਂ ਇਹਦੇ ਬਾਰੇ ਕਿਸੇ ਨੂੰ ਜਾਣਕਾਰੀ ਦਿੱਤੀ? ਉਹ ਕਹਿੰਦੇ ਜੀ ਨਹੀਂ, ਬਿਲਕੁਲ ਨਹੀਂ ਦਿੱਤੀ ਜਾਣਕਾਰੀ। ਵੀ ਕਿਉਂ ਨਹੀਂ ਦਿੱਤੀ? ਫਿਰ ਅਸੀਂ 22 ਤਰੀਕ ਨੂੰ ਉਦੋਂ ਬਾਅਦ ਫਿਰ ਕਮੇਟੀ ਵਾਲੇ ਇਕੱਠੇ ਹੋਏ, ਭਾਈ ਸਾਹਿਬ ਨੂੰ ਫਿਰ ਇਹੀ ਸਵਾਲ ਪੁੱਛੇ। ਭਾਈ ਸਾਹਿਬ ਕਹਿੰਦੇ ਵੀ ਮੇਰੀ ਪੁਰਾਣੇ ਪ੍ਰਧਾਨ ਨਾਲ ਕੋਈ ਰੰਜਿਸ਼ ਚੱਲਦੀ ਸੀ, ਇਸ ਕਰਕੇ ਮੈਂ ਦੱਸ ਨਹੀਂ ਸਕਿਆ। ਹੋਰ ਕਿਸੇ ਅਹੁਦੇਦਾਰ ਨੂੰ, ਕਿਸੇ ਮੈਂਬਰ ਨੂੰ ਕਮੇਟੀ ਨੇ ਦੱਸਿਆ? ਇਹ ਕਹਿੰਦੇ ਮੈਂ ਬਿਲਕੁਲ ਨਹੀਂ ਦੱਸਿਆ। ਫਿਰ ਅਸੀਂ ਸਤਿਕਾਰ ਕਮੇਟੀ ਜਿਹੜੀ ਸਾਡੀ ਲੋਕਲ ਹੈ ਜੀ, ਅਸੀਂ ਇਸ ਕੰਮ 'ਚ ਕਦੇ ਆਏ ਨਹੀਂ, ਸਾਨੂੰ ਪਤਾ ਨਹੀਂ ਸੀ। ਫਿਰ ਅਸੀਂ ਲੋਕਲ ਜਿਹੜੀ ਸਤਿਕਾਰ ਕਮੇਟੀ ਉਹਦੇ ਨਾਲ ਸੰਪਰਕ ਕੀਤਾ, ਉਹਨਾਂ ਕੋਲ ਗਏ, ਉਹਨਾਂ ਨੇ ਭਾਈ ਸਾਹਿਬ ਨਾਲ ਗੱਲ ਕੀਤੀ। ਉਹਦੀ ਸਾਡੇ ਆਈਡੀਓ ਵੀ ਹੈਗੀ ਹੈ ਜੀ, ਅਸੀਂ ਨਾਲ ਦਰਖਾਸਤ ਦੇ ਵੀ ਲਾਈ ਹੋਈ ਆ। ਉਸ 'ਤੇ ਵੀ ਭਾਈ ਸਾਹਿਬ ਮੰਨ ਗਏ ਕਿ ਮੈਨੂੰ ਸਾਲ 1.25 ਸਾਲ ਪਹਿਲਾਂ ਦਾ ਪਤਾ ਸੀ, ਮੈਂ ਕਿਸੇ ਨੂੰ ਦੱਸ ਨਹੀਂ ਸਕਿਆ, ਮੇਰੀ ਪ੍ਰਧਾਨ ਨਾਲ ਰੰਜਿਸ਼ ਸੀਗੀ। ਉਹ ਕਹਿੰਨਾਂ ਨੇ ਫਿਰ ਸਤਿਕਾਰ ਕਮੇਟੀ ਨੂੰ ਇਹੀ ਕੁਐਸਚਨ ਕੀਤਾ ਭਾਈ ਸਾਹਿਬ ਨੇ ਵੀ ਤੁਸੀਂ ਸਰਪੰਚ ਨੂੰ ਦੱਸਿਆ, ਕਿਸੇ ਪ੍ਰਸ਼ਾਸਨ ਨੂੰ ਦੱਸਿਆ? ਇਹ ਕਹਿੰਦੇ ਵੀ ਬਿਲਕੁਲ ਨਹੀਂ ਦੱਸਿਆ। ਉਹ ਕਹਿੰਦੇ ਜੀ ਸਤਿਕਾਰ ਕਮੇਟੀ ਵਾਲੇ ਕਹਿੰਦੇ ਕੋਈ ਨਾ ਜੀ, ਅਸੀਂ ਕਿਸੇ ਦਿਨ ਟਾਈਮ ਕੱਢ ਕੇ ਆਵਾਂਗੇ, ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ ਜੀ। ਉਹਨਾਂ ਨੇ ਅਗਲੇ ਦਿਨ ਪ੍ਰਸ਼ਾਸਨ ਨੂੰ ਵੀ ਰਿਪੋਰਟ ਦਿੱਤੀ ਜੀ ਵੀ ਇਸ ਤਰ੍ਹਾਂ ਕਰਕੇ ਅਸੀਂ ਸਤਿਕਾਰ ਕਮੇਟੀ ਵਾਲਿਆਂ ਨੇ ਦਰਸ਼ਨ ਕਰਨ ਆਉਣਾ ਗੁਰੂ ਸਾਹਿਬ ਦੇ, ਵੀ ਤੁਸੀਂ ਬੰਦੇ ਉੱਥੇ ਮਤਲਬ ਮੁਲਾਜ਼ਮ ਭੇਜਿਓ ਜੀ। ਅਗਲੇ ਦਿਨ 25 ਮਾਰਚ ਦੀ ਗੱਲ ਹੈ ਜੀ, ਪੂਰੇ ਪੰਜਾਬ ਜਦੋਂ ਤਕਰੀਬਨ ਬਾਰਿਸ਼ ਪੈਂਦੀ ਸੀਗੀ, 25 ਮਾਰਚ ਦੀ ਗੱਲ। ਉਸ ਦਿਨ ਇਹਨਾਂ ਨੇ ਤੜਕੇ 4 ਵਜੇ ਗ੍ਰੰਥ ਸਾਹਿਬ ਇੱਥੋਂ ਲੈ ਕੇ, ਜਿਹੜਾ ਸਰਬਣ ਸਿੰਘ ਆ ਨਾ ਜੀ ਪ੍ਰਚਾਰਕ ਗੁਰੂ ਸਰ ਕੌਂਕੇ ਵਾਲਾ, ਉਹਨੇ ਇਹਨਾਂ ਨੂੰ 6:30 ਵਜੇ ਦਾ ਟਾਈਮ ਦਿੱਤਾ ਸੀ। ਇਹ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ? ਹਾਂਜੀ ਪ੍ਰਚਾਰਕ, ਉਹਦੀ ਆਪ ਦੀ ਦੱਸਣ ਦੀ ਗੱਲ ਹੈ ਜੀ, ਉਹਦੇ ਮੂੰਹੋਂ ਅਕਾਲ ਤਖਤ ਤੇ ਉਹਨੇ ਸਾਨੂੰ ਆਪ ਖੁਦ ਦੱਸਿਆ। ਇਹ ਤਕਰੀਬਨ 4:30 ਵਜੇ ਦੇ ਕੋਲ ਲੈ ਕੇ ਪਹੁੰਚ ਗਏ। ਉਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ 6:30 ਵਜੇ ਦਾ ਟਾਈਮ ਦਿੱਤਾ ਸੀ, ਵੀ ਤੁਸੀਂ ਇੰਨੀ ਜਲਦੀ? ਉੱਥੇ ਫਿਰ ਖੜੇ ਰਹੇ, ਉੱਠਿਆ, ਤਿਆਰ ਹੋਇਆ, ਫਿਰ ਮਤਲਬ ਇਹ ਲੈ ਕੇ ਗਏ ਆ। ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਫੋਨ ਗਿਆ ਪਿੱਛੋਂ, ਪ੍ਰਚਾਰਕ ਨੇ ਖੁਦ ਹੀ ਦੱਸਿਆ ਜੀ, ਇਹ ਵਰਡਿੰਗ ਉਹਦੀ ਆ। ਕਹਿੰਦਾ ਵੀ ਸਾਨੂੰ ਫੋਨ ਗਿਆ ਵੀ ਦੂਸਰਾ ਵੀ ਤੁਸੀਂ ਮੁੱਦਾ ਮਿਟਾਤਾ, ਵੀ ਦੂਸਰੇ ਗ੍ਰੰਥ ਸਾਹਿਬ ਨੇ ਇੱਕ ਹੀ ਲੈ ਗਏ। ਕਹਿੰਦੇ ਇੱਕ ਹੀ ਲੈ ਗਏ, ਕਹਿੰਦਾ ਦੂਸਰਾ ਵੀ ਲੈ ਕੇ ਜਾਓ। ਫਿਰ ਬੁੱਗੇਪੁਰਾ ਚੌਂਕ ਦੇ ਵਿੱਚ ਦੂਸਰੀ ਗੱਡੀ ਮਗਰ ਗਈ, ਉਹ ਗ੍ਰੰਥ ਸਾਹਿਬ ਦੇ ਕੇ ਆਈ ਹੈ ਜੀ। ਉਸੇ ਟਾਈਮ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਗੋਇੰਦਵਾਲ ਸਾਹਿਬ ਲੈ ਗਏ, ਮੈਂ 7-8 ਵਜੇ ਉੱਥੇ ਪ੍ਰਚਾਰਕ ਹੈ ਜੀ ਨਿਹਾਲ ਸਿੰਘ ਗੋਇੰਦਵਾਲ, ਉਹਦਾ ਮੈਂ ਨੰਬਰ ਲੈ ਕੇ ਉਹਨਾਂ ਨਾਲ ਸੰਪਰਕ ਕੀਤਾ। ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਸ਼ੇਰਪੁਰ ਕਲਾਂ ਤੋਂ ਗ੍ਰੰਥ ਸਾਹਿਬ ਆ ਰਹੇ ਆ ਬੇਅਦਬੀ ਵਾਲੇ, ਵੀ ਉਹਨਾਂ ਦਾ ਤੁਸੀਂ ਜਮ੍ਹਾਂ ਨਾ ਕਰਿਓ। ਤੇ ਉਹ ਕਹਿੰਦੇ ਵੀ ਜਮ੍ਹਾਂ ਤਾਂ ਸਾਨੂੰ ਕਰਨੇ ਪੈਣੇ ਆ, ਇਹ ਤਾਂ ਬੇਅਦਬੀ ਕਰਕੇ ਆ ਗਏ, ਪਰ ਅਸੀਂ ਨਹੀਂ ਬੇਅਦਬੀ ਕਰ ਸਕਦੇ, ਸਾਨੂੰ ਜਮ੍ਹਾਂ ਕਰਨੇ ਪੈਣੇ ਗ੍ਰੰਥ ਸਾਹਿਬ ਨੂੰ, ਮਹਾਰਾਜ ਨੂੰ ਅਸੀਂ ਮੋੜ ਨਹੀਂ ਸਕਦੇ। ਮੈਂ ਕਿਹਾ ਚਲੋ ਠੀਕ ਹੈ ਜਮ੍ਹਾਂ ਕਰ ਲਓ, ਅਗਰ ਆਈਡੀ ਪ੍ਰੂਫ ਵਗੈਰਾ ਲੈ ਕੇ ਜਮ੍ਹਾਂ ਕਰਿਓ। ਉਹਨਾਂ ਨੇ ਜਮ੍ਹਾਂ ਕਰ ਲਏ। ਫਿਰ ਉਹਨਾਂ ਨੇ ਮੈਨੂੰ ਖੁਦ ਫੋਨ ਕੀਤਾ ਵੀ ਜਮ੍ਹਾਂ ਅਸੀਂ ਕਰ ਲਏ। ਮੈਂ ਕਿਹਾ ਜੀ ਜੋ ਪ੍ਰੂਫ ਵਗੈਰਾ ਲੈਣੇ ਸੀ ਲੈ ਲਏ। ਮੈਂ ਕਿਹਾ ਜੀ ਤੁਸੀਂ ਵੀ ਸਤਿਕਾਰ ਨਾ ਕਰਿਓ ਇਹਨਾਂ ਦਾ। ਫਿਰ ਮਤਲਬ ਅਸੀਂ ਪੁਲਿਸ ਰਿਪੋਰਟ ਕੇ ਇੱਥੇ ਬਿਆਨ ਵਗੈਰਾ ਸਾਡੇ ਹੋਏ, ਕੋਈ ਹਜੇ ਕਾਰਵਾਈ ਚੱਲੀ ਜਾਂਦੀ ਹੈ ਵਿੱਚ ਹੀ ਆ। ਹਜੇ ਵੀ ਅਸੀਂ ਮੈਨੇਜਰ ਸਾਹਿਬ ਨੂੰ ਮੈਂ ਫੋਨ ਕੀਤਾ ਜੀ ਉੱਥੇ ਦਿਨ, ਗੋਇੰਦਵਾਲ ਸਾਹਿਬ ਦੇ ਨੂੰ। ਮੈਂ ਕਿਹਾ ਜੀ ਇਹਨਾਂ ਦਾ ਸਤਿਕਾਰ ਨਾ ਕਰੋ, ਸਾਡਾ ਕੇਸ ਚੱਲਦਾ। ਉਹ ਕਹਿੰਦੇ ਵੀ ਕੋਈ ਨਾ ਠੀਕ ਹੈ ਜੀ, ਨਹੀਂ ਕਰਦੇ। ਹੁਣ ਅਸੀਂ ਬਸ ਜੀ ਬਸ। ਅੱਛਾ, ਸਤਿਕਾਰ ਤਾਂ ਨਹੀਂ ਕੀਤਾ ਹੈਗਾ, ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਹੁਣ ਤਨਖਾਹ ਵੀ ਲਾਤੀ, ਇਹਨਾਂ ਨੂੰ ਸਜ਼ਾ ਵੀ ਲਾਤੀ, ਉਸ ਹਿਸਾਬ ਨਾਲ ਤੇ ਦੋਸ਼ੀ ਵੀ ਹੋ ਗਿਆ ਉਹਨਾਂ ਦੇ ਹਿਸਾਬ ਦੇ ਨਾਲ। ਤੁਹਾਡੀ ਤਸੱਲੀ ਆ ਵੀ ਇਹੀ ਬੰਦੇ ਦੋਸ਼ੀ ਆ ਤੇ ਇਹਨਾਂ ਨੂੰ ਸਜ਼ਾ ਮਿਲ ਗਈ? ਕੋਈ ਤਸੱਲੀ ਨਹੀਂ ਜੀ। ਤੁਹਾਨੂੰ ਕੀ ਲੱਗਦਾ ਕੌਣ ਦੋਸ਼ੀ ਹੋਊਗਾ? ਇਹ ਜਿਹੜੇ ਦੋਸ਼ੀ ਉਹਨਾਂ ਨੇ ਕੱਢ ਦਿੱਤੇ ਵੀ ਆਹ ਦੋਸ਼ੀ ਆ ਗ੍ਰੰਥੀ ਸਿੰਘ ਜਾਂ? ਨਹੀਂ, ਦੋਸ਼ੀ ਬਾਰੇ ਅਸੀਂ ਕੋਈ ਕਲੀਅਰ ਨਹੀਂ ਕਰ ਸਕਦੇ ਵੀ ਕਿਹਨੇ ਲਿਖਿਆ। ਅਸੀਂ ਤਾਂ ਭਾਈ ਸਾਹਿਬ ਨੂੰ ਇਹੀ ਕਹਿੰਦੇ ਵੀ ਜਦੋਂ ਤੁਹਾਨੂੰ 1.5 ਸਾਲ ਪਹਿਲਾਂ ਪਤਾ ਲੱਗ ਗਿਆ ਸੀ, ਤੁਸੀਂ ਪਿੰਡ ਦੀ ਸੰਗਤ ਨੂੰ ਜਾਂ ਕਮੇਟੀ ਨੂੰ ਜਾਂ ਕਿਸੇ ਮੈਂਬਰ ਨੂੰ, ਸਰਪੰਚ ਨੂੰ ਵਗੈਰਾ ਨੂੰ ਜਾਣਕਾਰੀ ਦਿੰਦੇ ਇਹਦੇ ਬਾਰੇ। ਭਾਈ ਸਾਹਿਬ ਤੇ ਤੁਹਾਨੂੰ ਸਿਰਫ ਇਹੀ ਇਤਰਾਜ਼ ਹੈ ਕਿ ਉਹਨਾਂ ਨੇ ਇਤਲਾਹ ਨਹੀਂ ਕੀਤਾ, ਕਿਸੇ ਨੂੰ ਦੱਸਿਆ ਨਹੀਂ ਕਿਸੇ ਨੂੰ? ਹਾਂਜੀ, ਵੀ ਕਿਉਂ ਨਹੀਂ ਦੱਸਿਆ? ਅਗਰ ਉਹ ਗੁਰਦੁਆਰਾ ਸਾਹਿਬ ਦੇ ਮਤਲਬ ਗ੍ਰੰਥੀ ਸਾਹਿਬ ਆ, ਸੇਵਾ ਕਰਦੇ ਗੁਰਦੁਆਰਾ ਸਾਹਿਬ ਦੇ, ਉਹਨਾਂ ਦਾ ਫਰਜ਼ ਬਣਦਾ ਹੀ ਦੱਸਣਾ। ਬਾਕੀ ਤੁਸੀਂ ਹੱਲੇ ਵੀ ਚਾਹੁੰਦੇ ਹੋ ਕਿ ਮਾਮਲੇ ਦੀ ਤਫਤੀਸ਼ ਹੋਣੀ ਚਾਹੀਦੀ ਹੈ? ਬੰਦਾ ਸਰ ਬਿਲਕੁਲ ਜਿਹੜਾ ਬੰਦਾ ਵਾ ਉਹ ਸਾਹਮਣੇ ਹੋਣਾ ਚਾਹੀਦਾ, ਜੋ ਦੋਸ਼ੀ ਆ। ਸੰਗਤ ਦੇ ਸਾਹਮਣੇ, ਮੀਡੀਆ ਦੇ ਸਾਹਮਣੇ, ਸਾਰੇ ਦੇਸ਼ ਦੇ ਸਾਹਮਣੇ ਹੋਣਾ ਚਾਹੀਦਾ, ਸਿੱਖ ਕੌਮ ਦੇ ਸਾਹਮਣੇ ਹੋਣਾ ਚਾਹੀਦਾ, ਜਿਹੜੇ ਬੰਦੇ ਨੇ ਕਾਨੂੰਨੀ ਹਰਕਤ ਕੀਤੀ ਹੈ। ਜਿਹਨੇ ਇਹ ਹਰਕਤ ਕੀਤੀ ਆ ਉਹਨਾਂ ਦਾ ਕਹਿਣਾ ਹੈਗਾ ਕਿ ਉਹ ਸਾਹਮਣੇ ਹੋਣਾ ਚਾਹੀਦਾ। ਗੁਰੂ ਘਰ ਦੇ ਗ੍ਰੰਥੀ ਸਿੰਘ ਹੈਗੇ ਨੇ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਇੱਥੇ ਆਉਣਗੇ, ਆਪਾਂ ਥੋੜ੍ਹੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਤਰਲੋਚਨ ਸਿੰਘ ਸੋਹਲ ਜੀ ਨੂੰ ਬੇਨਤੀ ਆ ਕਿ ਉਹ ਵੀ ਥੋੜ੍ਹਾ ਜਿਹਾ ਆ ਜਾਣ, ਗ੍ਰੰਥੀ ਸਿੰਘ ਵੀ ਆਉਣਗੇ। ਸੱਜਣੋ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਕਿ ਉਹ ਉੱਥੇ ਮੰਨ ਕੇ ਕਾਹਤੋਂ ਆ ਗਏ। ਜੇ ਇਹਨਾਂ ਨੇ ਗਲਤੀ ਕੀਤੀ ਨਹੀਂ ਹੈਗੀ ਗ੍ਰੰਥੀ ਸਿੰਘ ਹੋਰਾਂ ਨੇ, ਤਾਂ ਫਿਰ ਇਹ ਮੰਨ ਕੇ ਕਾਹਤੋਂ ਆ ਗਏ ਉੱਥੇ? ਉਹਨਾਂ ਨੇ ਸਜ਼ਾ ਲਾਈ, ਇਹਨਾਂ ਨੇ ਕਬੂਲ ਕਰ ਲਈ, ਇਹਨਾਂ ਨੇ ਸਜ਼ਾ ਭੁਗਤ ਵੀ ਲਈ ਆ। ਸੋਹਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿਣਾ ਕੀ ਆ, ਕਹਿਣਾ ਤਾਂ ਬਹੁਤ ਵੱਡੀ ਗੱਲ ਆ ਜੀ। ਜਿਵੇਂ ਆਪਾਂ ਕਹਿ ਲਈਏ ਵੀ ਵਾੜ ਹੀ ਖੇਤ ਨੂੰ ਖਾਣ ਲੱਗ ਪਈ।
ਜਿਨ੍ਹਾਂ ਦਾ ਪ੍ਰਬੰਧ ਬਣਦਾ ਸੀਗਾ, ਜਿਨ੍ਹਾਂ ਨੇ ਸਾਨੂੰ ਪਿੰਡਾਂ ਵਾਲਿਆਂ ਨੂੰ, ਪਿੰਡਾਂ ਵਾਲੀਆਂ ਕਮੇਟੀਆਂ ਨੂੰ, ਪਿੰਡਾਂ ਵਾਲੇ ਗ੍ਰੰਥੀ ਸਿੰਘਾਂ ਨੂੰ, ਪਾਠੀ ਸਿੰਘਾਂ ਨੂੰ ਸੇਧ ਦੇਣੀ ਸੀ, ਜਿਨ੍ਹਾਂ ਨੇ ਰਾਖੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਰਨੀ ਸੀ, ਜਿਨ੍ਹਾਂ ਨੇ ਮਾਣ ਮਰਜ਼ਾਦਾ ਕਰਨੀ ਸੀ ਵੀ ਇਹ 'ਚ ਕੋਈ ਰਲਾ ਨਾ ਕਰਦੇ, ਇਹਦੇ 'ਚ ਕੋਈ ਮਿਲਾਵਟ ਨਾ ਕਰਦੇ, ਉਹਨਾਂ ਨੇ ਹੀ ਇਸ ਚੀਜ਼ ਨੂੰ ਜ਼ਿਆਦਾ ਵੱਡਾ ਜਿਹੜਾ ਉਹ ਗੁਨਾਹਗਾਰ ਤੇ ਉਹ ਹੀ ਬਣ ਗਏ, ਕਿਉਂਕਿ ਉਹਨਾਂ ਇਸ ਸਾਰੇ ਮੁੱਦੇ ਨੂੰ ਮਿਟਾਉਣ ਵਾਸਤੇ ਜਿੰਨਾ ਵੀ ਯਤਨ ਮਤਲਬ ਕੀਤਾ, ਸਾਰੇ ਤੋਂ ਸਾਰਾ ਉਹਨਾਂ ਨੇ ਕੀਤਾ। ਅਕਾਲ ਤਖ਼ਤ ਸਾਹਿਬ ਦੀ ਮਾਫੀ ਇਹਨਾਂ ਨੂੰ ਦੇਣ ਵਾਸਤੇ, ਦੋਸ਼ੀ ਠਹਿਰਾਉਣ ਵਾਸਤੇ, ਮਹਾਰਾਜ ਦੇ ਪਾਵਨ ਸਰੂਪ ਇੱਥੋਂ ਖੜਨ ਵਾਸਤੇ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇੱਥੋਂ ਵਾਲਾ ਮੈਂਬਰ ਆ ਗਰੇਵਾਲ, ਇਹ ਸਾਰਾ ਦਾ ਸਾਰਾ ਜ਼ਿੰਮੇਵਾਰ ਉਹ ਆ, ਉਹਨੇ ਕਰਵਾਇਆ ਜੀ ਇਹ ਕਾਰਜ। ਪਰ ਗ੍ਰੰਥੀ ਭਾਈ ਸਾਹਿਬ ਜੀ ਇੱਥੇ ਲਾਗੇ ਆ ਜਾਓ ਥੋੜਾ ਜਿਹਾ, ਇਹ ਗੁਰੂ ਘਰ ਦੇ ਗ੍ਰੰਥੀ ਸਿੰਘ ਹੈਗੇ ਨੇ। ਭਾਈ ਸਾਹਿਬ ਜੀ ਮੈਂ ਤੁਹਾਡੇ ਨਾਲ ਦੁਬਾਰਾ ਫੇਰ ਗੱਲ ਕਰੂੰਗਾ। ਭਾਈ ਸਾਹਿਬ ਜੀ ਤੁਸੀਂ ਉੱਥੇ ਮੰਨ ਕੇ ਆ ਗਏ ਹੈ ਨਾ ਜੀ, ਉਹਨਾਂ ਨੇ ਤੁਹਾਨੂੰ ਸਜ਼ਾ ਲਾਤੀ। ਇੱਥੇ ਤੁਸੀਂ ਜਦੋਂ ਗੱਲ ਕਰਦੇ ਹੋ ਤੁਹਾਡੇ ਨਾਲ ਤਾਂ ਫਿਰ ਤੁਸੀਂ ਕਹਿੰਦੇ ਕਿ ਨਹੀਂ ਮੈਂ ਕੋਈ ਕੁਤਾਹੀ ਨਹੀਂ ਕੀਤੀ। ਜੇ ਤੁਸੀਂ ਕੁਤਾਹੀ ਕੀਤੀ ਨਹੀਂ ਤੁਸੀਂ ਕਾਹਨੂੰ ਮੰਨ ਕੇ ਆ ਗਏ ਉੱਥੇ ਫਿਰ? ਸਾਨੂੰ ਜੀ ਦੇਖੋ ਉਹਨਾਂ ਨੇ ਜੋ ਵੀ ਉਹਨਾਂ ਦਾ ਹੁਕਮ ਹੈ, ਉਹਨਾਂ ਦਾ ਸੰਦੇਸ਼, ਉਸ ਮੁਤਾਬਕ ਅਸੀਂ ਉਹਨਾਂ ਨੇ ਜੋ ਕਿਹਾ ਫਿਰ ਅਸੀਂ ਸੇਵਾ ਨਿਭਾਈ ਜੀ। ਕਿਹਨਾਂ ਨੇ ਕਿਹਾ ਸੀ ਤੁਹਾਨੂੰ ਇਦਾਂ? ਆਪਣਾ ਪੰਜ ਪਿਆਰੇ ਸਾਹਿਬਾਨਾਂ ਨੇ, ਉਹਨਾਂ ਨੇ ਸਾਨੂੰ ਅਕਾਲ ਤਖ਼ਤ ਸਾਹਿਬ ਤੇ ਜਦੋਂ ਬੁਲਾਇਆ, ਪਹਿਲਾਂ ਆਪਣੇ ਜਿਹੜੀ ਸੀਗੀ ਉੱਥੋਂ ਦੀ ਧਰਮ ਪ੍ਰਚਾਰ ਕਮੇਟੀ, ਉਹਨਾਂ ਨੇ ਘੁੱਖ ਪੜਤਾਲ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਪੰਜਾਂ ਪਿਆਰਿਆਂ ਦੇ ਤੁਸੀਂ ਪੇਸ਼ ਹੋਣਾ ਹੈ। ਪੰਜਾਂ ਪਿਆਰਿਆਂ ਜਦੋਂ ਪੇਸ਼ ਹੋਏ, ਉਹਨਾਂ ਨੇ ਫਿਰ ਸਾਨੂੰ ਇੱਕ ਨਵੀਂ ਕਮੇਟੀ ਤੇ ਪੁਰਾਣੀ ਕਮੇਟੀ ਤੇ ਗ੍ਰੰਥੀ ਸਿੰਘ ਕਹਿੰਦੇ ਵੀ ਇਹ ਤੁਸੀਂ ਸੇਵਾ ਜਿਹੜੀ ਹੈ ਸਾਰਾ ਕੁਝ ਵੇਖ ਕੇ ਕਹਿੰਦੇ ਵੀ ਇਹ ਸੇਵਾ ਤੁਸੀਂ ਆ। ਮੈਂ ਉਹੀ ਗੱਲ ਕਰ ਰਿਹਾ ਵੀ ਜਦੋਂ ਤੁਸੀਂ ਵੀ ਹੁਣ ਕਹਿ ਰਹੇ ਹੋ ਵੀ ਉਹਨਾਂ ਨੇ ਘੋਖ ਪੜਤਾਲ ਕੀਤੀ, ਹਾਂਜੀ ਹਾਂਜੀ ਘੋਖ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਸਜ਼ਾ ਲਾਤੀ। ਹਾਂਜੀ ਮਤਲਬ ਆਪਾਂ ਮੰਨਦੇ ਹਾਂ ਵੀ ਉਹਨਾਂ ਦੀ ਘੋਖ ਪੜਤਾਲ ਸਹੀ ਸੀਗੀ, ਤਾਂ ਹੀ ਆਪਾਂ ਮੰਨ ਲਿਆ ਵੀ ਠੀਕ ਆ ਜੀ ਮੈਂ ਦੋਸ਼ੀ ਹਾਂ। ਦੇਖੋ ਜੀ ਅਸੀਂ ਹੁਣ ਉੱਥੇ ਇਨਕਾਰ ਨਹੀਂ ਕਰ ਸਕਦੇ। ਨਹੀਂ ਕਾਤੋਂ ਨਹੀਂ ਇਨਕਾਰ, ਤੁਹਾਡੇ ਸਿਰ ਤੇ ਕੋਈ ਡਾਂਗ ਥੋੜੀ ਰੱਖੀ ਕਿਸੇ ਨੇ। ਸਾਹਿਬ ਦੇ ਵੀ ਸੇਵਾ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਉਹਨਾਂ ਨੇ ਸੇਵਾ ਲਾਈ, ਅਸੀਂ ਉੱਥੇ ਕੋਈ ਨਹੀਂ ਗੱਲ ਕੀਤੀ। ਨਹੀਂ ਕੱਲ੍ਹ ਨੂੰ ਤੁਹਾਡੇ ਤੇ ਕੋਈ ਵੱਡਾ ਦੋਸ਼ ਲਾ ਦੇਣਗੇ ਤਾਂ ਫਿਰ ਤੁਸੀਂ ਉਹ ਵੀ ਕਬੂਲ ਕਰ ਲਓਗੇ ਇਦਾਂ ਹੀ? ਨਹੀਂ ਜੀ ਉਹ ਨਹੀਂ। ਅੱਜ ਤੁਸੀਂ ਫਸ ਗਏ। ਅੱਜ ਦੇਖੋ ਤੁਸੀਂ ਸਤਿਕਾਰ ਕਮੇਟੀ ਵਾਲੇ ਸਾਰੇ ਆਏ ਆ, ਹਾਂਜੀ ਹਾਂਜੀ ਐਂ ਲੱਗਦਾ ਨਹੀਂ ਹੈਗਾ ਕਿ ਯਾਰ ਮੈਂ ਤੇ ਫਸ ਗਿਆ। ਹਾਂਜੀ ਨਹੀਂ ਜੀ ਲਿਖਿਆ ਨਹੀਂ ਗਿਆ ਸੀ ਜੀ। ਜੇ ਤਾਂ ਤੁਸੀਂ ਪੈਨ ਨਾਲ ਲਿਖਿਆ ਫਿਰ ਤਾਂ ਤੁਸੀਂ ਦੋਸ਼ੀ ਆ, ਜੇ ਤੁਸੀਂ ਲਿਖਿਆ ਨਹੀਂ ਫਿਰ ਤੁਸੀਂ ਦੋਸ਼ੀ ਨਹੀਂ। ਦੱਸੋ ਦੋਵਾਂ ਚੋਂ ਇੱਕ ਗੱਲ ਕਿਹੜੀ ਸਹੀ ਆ? ਭਾਈ ਸਾਹਿਬ ਗੱਲ ਪਤਾ ਕੀ ਹੈ, ਜੇ ਤਾਂ ਆਪਾਂ ਉੱਥੇ ਮੰਨ ਗਏ ਵੀ ਚਲੋ ਕਈ ਵਾਰੀ ਹੁੰਦਾ ਬੰਦਾ ਵੀ ਅੰਦਰ ਚਲੋ ਬੰਦ ਕਮਰੇ 'ਚ ਆਪਾਂ ਮੰਨ ਜੇ ਇਦਾਂ ਕਈ ਵਾਰੀ ਚਲੋ ਸਾਡੇ ਕੋਲ ਜੇ ਕੁਤਾਹੀ ਹੋ ਵੀ ਜਾਂਦੀ ਹੈ, ਫਿਰ ਆਪਾਂ ਖਾਲਸਾ ਪੰਥ ਨੂੰ ਵੀ ਕਹਿ ਸਕਦੇ ਹਾਂ ਕਿ ਮੈਂ ਉੱਥੇ ਮੰਨ ਕੇ ਆਇਆ ਵੀ ਚਲੋ ਮੇਰੇ ਕੋਲ ਕੋਈ ਕੁਤਾਹੀ ਹੋ ਗਈ ਹੈ ਨਾ, ਜਾਂ ਤੇ ਫਿਰ ਉਹ ਗੱਲ ਆਪਾਂ ਇੱਥੇ ਵੀ ਕਹਿ ਸਕਦੇ ਹਾਂ। ਜੇ ਨਹੀਂ ਹੋਈ ਕੁਤਾਹੀ ਆਪਾਂ ਉੱਥੇ ਵੀ ਨਹੀਂ ਤਾਂ ਫਿਰ ਇੱਥੇ ਵੀ ਆਪਾਂ ਜਾਂ ਤਾਂ ਇੱਥੇ ਵੀ ਕਹਿ ਦਈਏ ਅਸੀਂ ਉਹ ਜਿਵੇਂ ਉਹਨਾਂ ਨੇ ਕਿਹਾ ਵੀ ਤੁਸੀਂ ਜਿਵੇਂ ਉਹ ਕਹਿੰਦੇ ਨੇ ਵੀ ਅਣਗਹਿਲੀ, ਹਾਂਜੀ ਅਣਗਹਿਲੀ ਦੀ ਉਹਨਾਂ ਨੇ ਦਿੱਤੀ ਹੈ ਸਾਨੂੰ, ਵੀ ਸੰਦੇਸ਼ ਦਿੱਤਾ ਵੀ ਅਣਗਹਿਲੀ ਹੋਈ ਉਹਨਾਂ ਤੋਂ। ਪੁਰਾਣੀ ਕਮੇਟੀ ਤੇ ਜਿਹੜਾ ਗ੍ਰੰਥੀ ਸਿੰਘ ਇਹਨਾਂ ਦੀ ਹੋਈ ਤੇ ਇਹਨਾਂ ਦੀ ਸੇਵਾ। ਹੁਣ ਫਿਰ ਤੁਹਾਡੇ ਹਿਸਾਬ ਨਾਲ ਹੁਣ ਕੀ ਹੋਣਾ ਚਾਹੀਦਾ? ਹੁਣ ਜੀ ਤੁਸੀਂ ਹੁਣ ਸਾਰੇ ਸਿੰਘ ਸਾਹਿਬ ਤੁਸੀਂ ਵੀ ਨਹੀਂ, ਉਹ ਤਾਂ ਸਾਰੇ ਉਹ ਤੇ ਦੇਖੋ ਉਹ ਤਾਂ ਕਰ ਰਹੇ ਆ, ਉਹ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਲੇ ਵੀ ਹੋ ਰਿਹਾ ਤੇ ਖੋਸਾ ਜੀ ਵੀ। ਤੁਸੀਂ ਕਰੋਗੇ, ਅਸੀਂ ਉਸ ਮੁਤਾਬਕ ਅਸੀਂ ਕਬੂਲ ਕਰਾਂਗੇ ਜੀ। ਕੀ ਕਰੋਗੇ ਜੀ? ਉਹ ਕਹਿੰਦੇ ਅਸੀਂ ਕਬੂਲ ਕਰਾਂਗੇ, ਉਹ ਤਾਂ ਤੁਸੀਂ ਉੱਥੇ ਵੀ ਕਬੂਲ ਕਰ ਲਿਆ, ਹੁਣ ਤੁਹਾਨੂੰ ਦੋਸ਼ ਲਾ ਦੇਣਗੇ ਤੁਸੀਂ ਇੱਥੇ ਵੀ ਕਬੂਲ ਕਰ ਲਿਆ ਹੋਵੇ ਜੀ। ਬਿਲਕੁਲ ਭਾਈ ਸਾਹਿਬ, ਜਿਹੜੀ ਇਹ ਕਬੂਲ ਕਰਨ ਵਾਲੀ ਗੱਲ ਆ ਉਹ ਤਾਂ ਹੋ ਗਿਆ ਥੋਪਤਾ ਤੁਹਾਡੇ ਤੇ। ਤੁਸੀਂ ਤਾਂ ਇਹ ਗੱਲ ਨੂੰ ਮੰਨਣਾ ਵੀ ਵੇਖੋ ਤੁਸੀਂ ਗੁਰਬਾਣੀ ਪੜ੍ਹਨ ਵਾਲੇ ਜੇ, ਗ੍ਰੰਥੀ ਸਿੰਘ ਜੇ, ਇਤਿਹਾਸ ਤੁਸੀਂ ਪੜ੍ਹਿਆ ਸੁਣਿਆ ਵਾ। ਮਹਾਰਾਜ ਸਾਹਿਬ ਦੇ ਟਾਈਮ ਦੇ ਉੱਤੇ ਜੇ ਕਿਸੇ ਆਪਣਾ ਮਹਾਰਾਜ ਸਾਹਿਬ ਦੀ ਕੁਲ ਦੇ ਵਿੱਚੋਂ ਮਹਾਰਾਜ ਸਾਹਿਬ ਦੇ ਪੁੱਤਰ ਨੇ ਇੱਕ ਪੰਕਤੀ ਬਦਲਣ ਦੀ ਯਤਨ ਕੀਤਾ, ਉਹਨਾਂ ਦਾ ਕੀ ਅਸਰ ਹੋਇਆ ਇਹ ਆਪਾਂ ਇਤਿਹਾਸ ਪੜ੍ਹਿਆ ਸੁਣਿਆ। ਪਰ ਜੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਸ਼ੇਰਪੁਰ ਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਇੱਕ ਸ਼ਬਦ ਬਦਲਿਆ ਜਾਂਦਾ, ਉਹ ਬਦਲਿਆ, ਉਹ ਛੋਟੀ ਵੱਡੀ ਗੱਲ ਆ। ਤੇ ਜੇ ਵੱਡੀ ਗੱਲ ਆ ਤਾਂ ਫਿਰ ਤੁਸੀਂ ਉੱਥੇ ਗੱਲ ਦਾ ਮੰਨ ਕਿਉਂ ਲਈ? ਜੇ ਮੰਨ ਲਈ ਤੁਹਾਡੇ ਤੇ ਉਹਨਾਂ ਨੇ ਥੋਪਦੀ, ਤੁਹਾਡੇ ਤੇ ਇਹ ਥੋਪਤਾ ਵੀ ਰੌਲਾ ਨਾ ਪਾਓ, ਤਾਂ ਤੁਸੀਂ ਡਰਦਿਆਂ ਮੰਨ ਲਈ। ਜੇ ਡਰਦਿਆਂ ਮੰਨ ਲਈ ਤਾਂ ਦੱਸੋ, ਸੰਗਤ ਨੂੰ ਦੱਸੋ ਨਾ, ਸੰਗਤ ਨੂੰ ਕਲੀਅਰ ਕਰ ਦਿਓ ਬਾਬਾ ਜੀ ਅਸੀਂ ਤੁਹਾਨੂੰ ਇਸ ਚੁਗਲ ਚੋਂ ਕੱਢਣਾ ਚਾਹੁੰਦੇ ਹਾਂ ਕਿ ਕਸੂਰ ਤੁਹਾਡਾ ਨਹੀਂ, ਕਸੂਰਵਾਰ ਬੰਦਾ ਗੁਰੂ ਨੇ ਕਿਰਪਾ ਕਰਨੀ ਆ, ਬੰਦਾ ਨਿਕਲ ਆਉਣਾ, ਬੰਦਾ ਕੱਢ ਦੇਣਾ ਹੈ। ਪਰ ਇਹਦੇ ਵਿੱਚ ਸਵਾਲ ਇਹ ਖੜਾ ਹੋ ਜਾਂਦਾ ਵਾ ਕਿ ਜੇ ਅਕਾਲ ਤਖ਼ਤ ਸਾਹਿਬ ਤੇ ਹੀ ਅਸੀਂ ਸਿੱਖਾਂ ਦਾ ਕੋਈ ਮਸਲਾ ਆਉਣਾ ਤੇ ਅਕਾਲ ਤਖ਼ਤ ਸਾਹਿਬ ਤੇ ਜਾਣਾ। ਜੇ ਅਕਾਲ ਤਖ਼ਤ ਸਾਹਿਬ ਤੇ ਜਾਣਾ ਤੇ ਉੱਥੇ ਨਿਆਂ ਹੀ ਨਹੀਂ ਹੋਣਾ। ਉੱਥੇ ਮੰਨ ਲਓ ਜਿਹੜਾ ਗੁਨਾਹਗਾਰ ਬੰਦਾ ਹੀ ਨਹੀਂ ਗਾ, ਤੁਹਾਡਾ ਗੁਨਾਹ ਹੀ ਕੋਈ ਨਹੀਂ ਤੇ ਤੁਹਾਨੂੰ ਸਜ਼ਾ ਲੱਗ ਗਈ, ਤੁਸੀਂ 500 ਰੁਪਈਆ ਵੀ ਗੋਲਕ 'ਚ ਪਾਤਾ, ਕੜਾ ਪ੍ਰਸ਼ਾਦੀ ਦੇਗ ਵੀ ਕਰਵਾਤੀ, ਤੁਹਾਡਾ ਕਸੂਰ ਕੋਈ ਨਹੀਂ। ਕੀ ਇਹ ਫੈਸਲਾ ਸਹੀ ਆ? ਕੀ ਅਕਾਲ ਪੁਰਖ ਦਾ ਤਖਤ ਤੇ ਆਓ, ਜੇ ਅਕਾਲ ਪੁਰਖ ਦੇ ਤਖਤ ਤੇ ਇਹੋ ਜਿਹੇ ਫੈਸਲੇ ਹੋਣਗੇ ਤੇ ਫਿਰ ਆਪਾਂ ਪੁਲਿਸ ਵਾਲਿਆਂ ਕੋਲ ਥਾਣਿਆਂ 'ਚ ਕੀ ਆਸ ਰੱਖਾਂਗੇ? ਜੱਜਾਂ ਦੇ ਕੋਲ ਆ ਜਿਹੜੇ ਕਾਨੂੰਨੀ ਕਰਦੇ ਫੈਸਲੇ ਉਹਨਾਂ ਨੂੰ ਕੀ ਸਲਾਹ ਰੱਖਾਂਗੇ? ਉੱਥੇ ਸੱਚ ਨਿਬੜਨਾ, ਉੱਥੇ ਸੱਚੀ ਗੱਲ ਹੋਣੀ ਚਾਹੀਦੀ ਆ, ਪਰ ਉੱਥੇ ਆ ਸੱਚੀ ਹੋਈ ਆ ਜੇ ਤੁਹਾਡੇ ਮੁਤਾਬਕ। ਜੇ ਨਹੀਂ ਤਾਂ ਫਿਰ ਇਹ ਗੱਲ ਕਹੋ ਕਿ ਸਾਨੂੰ ਤਾਂ ਉਹਨਾਂ ਨੇ ਮਤਲਬ ਅਸੀਂ ਅੰਗ ਮਤਲਬ ਲਿਖੇ ਨਹੀਂ, ਨਾ ਹੀ ਸ਼ਬਦ ਬਦਲਿਆ, ਪਰ ਸਾਨੂੰ ਨਜਾਇਜ਼ ਸਜ਼ਾ ਲੱਗੀ ਆ। ਦੱਸੋ। ਜਾਂ ਤੁਸੀਂ ਕਹੋ ਵੀ ਸਾਨੂੰ ਨਜਾਇਜ਼, ਪਤਾ ਗੱਲ ਕੀ ਹੈਗੀ ਆ, ਤੁਸੀਂ ਦੇਖੋ ਹੁਣ ਰਿਕਾਰਡ ਦੇ ਵਿੱਚ ਆ ਗਿਆ, ਹੁਣ ਅਗਾਂਹ ਸਾਡੇ ਪੁੱਤ ਪੋਤੇ ਜਿਹੜੇ ਹੋਣਗੇ ਤੁਹਾਡੇ ਨਾ ਲਾ ਲਓ, ਉਹ ਜਦੋਂ ਉਹਨਾਂ ਦੇ ਸਾਹਮਣੇ ਵੀ ਉਹ ਕਾਗਜ਼ ਆਇਆ ਕਰੂੰਗਾ,
ਹੁਣ ਪੰਥ ਦੀ ਨਜ਼ਰ ਵਿੱਚ ਵੀ ਤੁਸੀਂ ਦੋਸ਼ੀ ਹੋ ਗਏ। ਹਾਂਜੀ, ਹਾਂਜੀ। ਉਹ ਜਿਹੜਾ ਰਿਕਾਰਡ ਉੱਥੇ ਬੋਲਿਆ ਕਰੂੰਗਾ ਉਹ ਤੁਹਾਡੇ ਅਗਾਂਹ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਉਹ ਕਿਹਾ ਕਰਨਗੇ ਸਾਡੇ ਦਾਦਾ ਜੀ ਨੇ ਕੁਤਾਹੀ ਕੀਤੀ ਸੀਗੀ ਵੀ ਉੱਥੇ ਮੰਨ ਕੇ ਆਏ ਸੀਗੇ, ਸਜ਼ਾ ਲਵਾ ਕੇ ਆਏ। ਜਾਂ ਤੁਸੀਂ ਕਹੋ ਖਾਲਸਾ ਪੰਥ, ਦੇਖੋ ਤੁਹਾਡੀ ਗੱਲ ਸਾਰੀ ਦੁਨੀਆ ਭਰ 'ਚ ਬੈਠੇ ਸਿੱਖ ਸੁਣ ਰਹੇ ਆ, ਜਾਂ ਤੁਸੀਂ ਇਹ ਗੱਲ ਮੰਨੋ ਇੱਥੇ ਤਾਂ ਨਹੀਂ ਕੋਈ ਦਬਾਅ ਹੈਗਾ ਨਾ ਜੀ, ਹਾਂਜੀ, ਹਾਂਜੀ, ਹਾਂਜੀ। ਮਤਲਬ ਬਿਲਕੁਲ ਖੁੱਲ੍ਹੇਆਮ ਗੱਲ ਹੋ ਰਹੀ ਹੈਗੀ ਹੈ। ਜਾਂ ਤੁਸੀਂ ਕਹੋ ਵੀ ਉੱਥੇ ਗਲਤ ਫੈਸਲਾ ਉਹਨਾਂ ਨੇ ਮੇਰੇ ਤੇ ਥੋਪ ਦਿੱਤਾ, ਜਾਂ ਕਹੋ ਵੀ ਕੀ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਮੈਂ ਕੀ ਆਖਾਂ ਨਾ ਜੀ, ਫਸ ਗਏ ਤੁਸੀਂ। ਇੱਕ ਗੱਲ ਕਰੋ, ਤੁਸੀਂ ਗੁਰੂ ਘਰ ਦੇ ਵਜ਼ੀਰ ਜੀ, ਹਾਂਜੀ, ਹਾਂਜੀ। ਤੁਹਾਡੇ ਤੋਂ ਸੇਧ ਲੈਣੀ ਨਗਰ ਨੇ ਹਾਂਜੀ, ਹਾਂਜੀ। ਹਾਂਜੀ ਤੁਸੀਂ ਦੱਸੋ। ਵੀ ਅਸੀਂ ਤਾਂ ਇਹ ਗਲਤੀ ਕੀਤੀ ਨਹੀਂ ਗੀ, ਅਸੀਂ ਤਾਂ ਇਹ ਗੱਲ ਕਰਦੇ ਹਾਂ, ਹਾਂਜੀ। ਅਸੀਂ ਨਹੀਂ ਲਿਖਿਆ। ਫਿਰ ਤੁਹਾਨੂੰ ਠੀਕ ਹੈ ਨਾ? ਸਜ਼ਾ ਗਲਤ ਲੱਗੀ ਹੈ? ਹਾਂਜੀ, ਸਜ਼ਾ ਕਿ ਸਹੀ ਹਾਂ, ਲੱਗੀ ਹੈ? ਫਿਰ ਗਲਤੀ ਹੈ ਜਦੋਂ ਅਸੀਂ ਲਿਖਿਆ ਹੀ ਨਹੀਂਗਾ। ਹਾਂਜੀ ਠੀਕ ਹੈ ਨਾ ਜੀ। ਉਹ ਦੇਖੋ ਹੁਣ ਗੱਲ ਇਹ ਆ ਵੀ ਹੁਣ ਕਹਿ ਤਾਂ ਰਹੇ ਆ ਵੀ ਗਲਤ ਹੈਗਾ। ਹੁਣ ਇੱਥੇ ਆ ਭਾਈ ਸਾਹਿਬ ਖਲੋਤੇ ਹੈਗੇ ਰਾ ਜੀ। ਵਾਹਿਗੁਰੂ ਜੀ ਕਾ ਖਾਲਸਾ ਮੈਂ ਕਹਿੰਦਾ ਜੀ ਗੁਰਚਰਨ ਸਿੰਘ ਮੈਂ ਬੋਲ ਰਿਹਾ। ਹਾਂਜੀ ਅਗਰ ਇਸ ਕੇਸ ਦੇ ਵਿੱਚ ਮੇਰੀ 1% ਵੀ ਇਨਵੋਲਵ ਆ ਗਈ ਤਾਂ ਮੈਨੂੰ ਪੂਰੇ ਨਗਰ ਦੇ ਸਾਹਮਣੇ ਕਢਾ ਕੇ ਗੋਲੀ ਮਾਰਤੀ ਜਾਵੇ, ਪੂਰੇ ਨਗਰ ਇੱਕ ਵੀ। ਅਗਰ 1% ਵੀ ਆ ਗਈ ਨਾ, ਭਾਵੁਕ ਹੋਣ ਦੀ ਲੋੜ ਨਹੀਂ ਹੈਗੀ, ਮਾਮਲੇ ਦੀ ਤਹਿ ਤੱਕ ਦੀ ਗੱਲ ਆ ਜੀ। ਸਾਡਾ ਗੁਰੂ ਸਾਹਿਬ ਆ, ਅਸੀਂ ਉਹਨੂੰ ਕਿਵੇਂ ਅੱਖੋਂ ਪਰ ਅੱਖੋਂ ਕਰ ਸਕਦੇ ਆ? ਹੋਰ ਸਾਡੇ ਤੋਂ ਇਦੋਂ ਉੱਪਰ ਸਾਡੇ ਵਾਸਤੇ ਕੀ ਚੀਜ਼ ਆ? ਭਾਈ ਸਾਹਿਬ ਜੀ ਪਿੰਡ 'ਚ ਤੁਹਾਡੀ ਕਿਸੇ ਨਾਲ ਕੋਈ ਲਾਗਤਬਾਜੀ ਤਾਂ ਨਹੀਂ? ਲਾਗਤਬਾਜੀ ਸਾਡੀ ਅਸੀਂ ਕਿਸੇ ਨਾਲ ਰੱਖਦੇ ਨਹੀਂਗੇ, ਸਾਡੇ ਨਾਲ ਰੱਖਦੇ ਆ। ਕੌਣ ਰੱਖਦਾ ਤੁਹਾਡੇ ਨਾਲ? ਪ੍ਰਧਾਨ ਸਾਹਿਬ ਨੇ ਦੇਖੋ ਕੁੜੀ ਦਾ ਵਿਆਹ ਕੀਤਾ, ਸਾਡੇ ਤੇ ਕੇਸ ਕੀਤਾ ਇਹਨਾਂ ਨੇ। ਕਾਹਦਾ ਕੇਸ ਕੀਤਾ? ਕੇਸ ਕੀਤਾ ਇਹਨਾਂ ਨੇ ਵੀ ਕੋਈ ਛੋਟੀ ਉਮਰ ਦੀ ਕੁੜੀ ਦਾ ਵਿਆਹ ਕੀਤਾ, ਸਾਨੂੰ ਕੋਈ ਪਤਾ ਨਹੀਂਗਾ। ਠੀਕ ਹੈ ਨਾ? ਸਾਡੇ ਤੇ ਇਹਨਾਂ ਦੇ ਕੇਸ ਕਰਕੇ ਉਧਰ ਛੋਟੀ ਕੁੜੀ ਦਾ ਮਤਲਬ ਕਿ ਨਾਬਾਲਗ ਸੀ ਉਹ? ਛੋਟੀ ਕੁੜੀ ਉਮਰ ਘੱਟ ਸੀ ਕਹਿੰਦੇ। ਅੱਛਾ, ਸਾਰੇ ਪਿੰਡ ਨੇ ਪੈਸੇ ਇਕੱਠੇ ਕੀਤੇ, ਸਾਰੇ ਪਿੰਡ ਨੇ ਮਦਦ ਕੀਤੀ, ਸਾਨੂੰ ਕਹਿੰਦੇ ਵੀ ਇੱਥੇ ਆਨੰਦ ਕਾਰਜ ਕਰਤੇ, ਅਸੀਂ ਕਰਤੇ। ਠੀਕ ਹੈ ਨਾ? ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਕੇਸ ਕਰਤਾ, ਕਹਿੰਦਾ ਜੀ ਇਹਨਾਂ ਨੇ ਛੋਟੀ ਕੁੜੀ ਦੇ ਆਨੰਦ ਕਾਰਜ ਕੀਤੇ ਆ, ਇਹ ਸਾਡੇ ਤੇ ਇਲਜ਼ਾਮ ਕਿਉਂ ਲਾਇਆ? ਮਤਲਬ ਹੈ ਪਿੰਡ 'ਚ ਥੋੜਾ ਚੱਲਦੀ ਹੈ ਟਸਨਬਾਜੀ ਜੀ। ਸਾਡੇ ਤੇ ਚੱਲਦੀ ਆਉਂਦੀ ਜੀ। ਇਹ ਜੇ ਪਿਛਲੇ ਪ੍ਰਧਾਨ ਸੀ 18 ਸਾਲ ਹੋ ਗਏ ਸਾਨੂੰ ਕੋਈ ਵੀ ਪਿੰਡ 'ਚ ਹੋਰ ਆਣ ਕੇ ਕੋਈ ਗੱਲ ਕਰੇ। ਠੀਕ ਹੈ ਨਾ? ਇਹ ਪੁਰਾਣੀ ਕਮੇਟੀ ਹੈ, ਜਦੋਂ ਦੇ ਉਹ ਕਮੇਟੀ ਬਦਲ ਗਈ ਉਹ ਤੋਂ ਸਾਡੇ ਤੇ ਇਲਜ਼ਾਮ ਲਾਉਣ ਸ਼ੁਰੂ ਕਰਤੇ। ਕਈ ਬੰਦੇ ਵਿੱਚ ਕਹਿਣ ਵਾਲੇ ਨੇ, ਕਹਿੰਦੇ ਅਸੀਂ ਕੱਢ ਕੇ ਖਾਵਾਂਗੇ, ਐਂ ਕਰਾਂਗੇ। ਸਾਡਾ ਮੈਂ ਇੱਕੋ ਗੱਲ ਕਹੀ ਸੀ ਪ੍ਰਧਾਨ ਸਾਹਿਬ ਨੂੰ, ਮੈਂ ਕਿਹਾ ਪ੍ਰਧਾਨ ਸਾਹਿਬ ਗੱਲ ਸੁਣੋ, ਜਿੰਨਾ ਚਿਰ ਸਾਡਾ ਦਾਣਾ ਪਾਣੀ ਹੈ ਨਾ, ਗੁਰੂ ਸਾਹਿਬ ਦੀ ਬਾਣੀ ਨੇ ਇੱਕੋ ਵਚਨ ਕਿਹਾ, ਜਾਂ ਦਾਣੇ ਤਾਂ ਖਾਣੇ, ਜਿੰਨਾ ਚਿਰ ਲਿਖਿਆ ਉਹਨਾਂ ਚਿਰ ਅਸੀਂ ਸੇਵਾ ਕਰਨੀ ਹੈ। ਕਹਿੰਦਾ ਮੈਂ ਗੁਰਬਾਣੀ ਨੂੰ ਨਹੀਂ ਮੰਨਦਾ। ਇਹ ਗੱਲ ਇਹਨਾਂ ਨੇ ਇੱਥੇ ਕਹੀ ਹੈ ਗੁਰਦੁਆਰਾ ਸਾਹਿਬ। ਉਹ ਪ੍ਰਧਾਨ ਸਾਹਿਬ ਇੱਥੇ ਹੈਗੇ ਆ ਜਿਹਨਾਂ ਦੇ ਕਿਹੜੇ ਕੌਣ ਨੇ ਭਲਾ? ਉਹ ਪੀਲੀ ਪੱਗ ਵਾਲੇ ਜਿਹੜੇ ਹੈਗੇ ਨੇ ਉਹ ਖੜੇ ਨੇ। ਮਾੜਾ ਜੇ ਉਹਨਾਂ ਨੂੰ ਵੀ ਆਵਾਜ਼ ਮਾਰ ਲਈਏ ਤੇ ਮਾੜਾ ਜਿਹਾ ਬੁਲਾ ਲਓ। ਹਾਂਜੀ, ਉਹਨਾਂ ਨੂੰ ਵੀ ਥੋੜੀ ਜਿਹੀ ਗੱਲ ਕਰ ਲੈਂਦੇ ਆ। ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖਤਾਂ ਦੇ ਉੱਪਰ ਕਾਬਜ਼ ਜਿਹੜੇ ਲੋਕ ਹੈਗੇ ਆ, ਇਸ ਮਾਮਲੇ 'ਚ ਕਿੱਦਾਂ ਦੀ ਕਾਰਗੁਜ਼ਾਰੀ ਦੇ? ਸਿੱਖ ਸੰਗਤ ਨੂੰ ਇੱਕ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿੰਨਾ ਨੁਕਸਾਨ ਜੇ ਸਾਡਾ ਅੱਜ ਇੱਕ ਪਰਿਵਾਰ ਨੇ ਜਾਂ ਇੱਕ ਧੜੇ ਨੂੰ ਬਚਾਉਣ ਵਾਸਤੇ ਇਹਨਾਂ ਲੋਕਾਂ ਨੇ ਘਾਣ ਕਰ ਦਿੱਤਾ ਵਾ, ਗੁਰੂ ਗ੍ਰੰਥ ਸਾਹਿਬ ਦੀ ਚਾਹੇ ਗੁਰਬਾਣੀ ਦਾ ਵਾ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਜ਼ਾਦਾ ਦਾ ਵਾ, ਘਾਣ ਕਰ ਦਿੱਤਾ। ਇਹ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਆ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਇਸ ਵਿਸ਼ੇ ਤੇ ਕਿ ਇਹ ਨਹੀਂ ਵੀ ਤੁਸੀਂ ਗੱਡੀਆਂ ਲੈ ਕੇ ਵੇਖੋ, ਸੰਗਤ ਦੀ ਮਾਇਆ ਵਾ, ਗੁਰੂ ਦੀ ਮਾਇਆ। ਜੇ ਗੁਰੂ ਆ ਤੇ ਅਸੀਂ ਆ, ਗੁਰੂ ਕਰਕੇ ਤੁਹਾਡੀਆਂ ਗੱਡੀਆਂ ਚੱਲ ਰਹੀਆਂ, ਗੁਰੂ ਕਰਕੇ ਤੁਹਾਡੇ ਪਰਿਵਾਰ ਪਲ ਰਹੇ ਆ। ਪਰ ਜੇਕਰ ਅੱਜ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰਤੇ ਤੇ ਤੁਹਾਡਾ ਬੇੜਾ ਗਰਕ ਹੋਣਾ ਵਾ। ਤੁਸੀਂ ਇਹ ਚੀਜ਼ ਨੂੰ ਥੋੜਾ ਜਿਹਾ ਸੋਚੋ ਤੇ ਸਾਫ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਜਿਹੜਾ ਵਾ ਉਹ ਹੋਰ ਜੋ ਤੁਸੀਂ ਕਰੀ ਜਾਂਦੇ ਜੇ, ਜੋ ਜਾਇਦਾਦਾਂ ਵਾ ਪੰਥ ਦੀਆਂ, ਜੋ ਜਾਇਦਾਦਾਂ ਸੀ, ਜੋ ਉਹਨਾਂ ਦਾ ਹਾਲ ਤੁਸੀਂ ਕੀਤਾ, ਸਾਰੀ ਸੰਗਤ ਨੂੰ ਪਤਾ। ਪਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋ ਆਹ ਹਾਲਾਤ ਕਰ ਰਹੇ ਜੇ, ਇਹ ਹੱਥ ਜੋੜ ਕੇ ਬੇਨਤੀ ਆ, ਇਹ ਕੰਮ ਨਾ ਕਰੋ। ਤੇ ਨਹੀਂ ਤੇ ਤੁਹਾਡੀਆਂ ਵੀ, ਕਿਉਂਕਿ ਜੇਕਰ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਕੁਲਾਂ ਨਾਸ ਹੁੰਦੀਆਂ, ਗੁਰਬਾਣੀ ਦੇ ਨਾਲ ਛੇੜਛਾੜ ਕਰਨੀ ਆ ਤੇ ਇਹੋ ਜਿਹਾ ਕੰਮ ਕਾਰਜ ਨਾ ਕਰੋ। ਤੇ ਇਹ ਤੇ ਜਿਹੜਾ ਬੰਦਾ ਦੋਸ਼ੀ ਆ, ਚਾਹੇ ਸ਼੍ਰੋਮਣੀ ਕਮੇਟੀ ਮੈਂਬਰ ਆ, ਉਹਨੂੰ ਸੰਗਤ ਦੇ ਸਾਹਮਣੇ ਲਿਆਂਦਾ ਜਾਵੇ। ਸ਼ੇਰਪੁਰੇ ਵਾਲੇ ਪਿੰਡ ਦੇ ਕਲਾਂ ਦੇ ਸਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਿੰਨ ਦੇ ਨਾਲ ਲਿਖਿਆ, ਜਿੰਨਾ ਉਹਨਾਂ ਦਾ ਕਸੂਰ ਆ ਉਹਨਾਂ ਨੂੰ ਵੀ ਸੰਗਤ ਦੇ ਸਾਹਮਣੇ ਕਰਕੇ ਉਹਨਾਂ ਕੋਲ ਮਾਫੀ ਮੰਗਾਈ ਜਾਵੇ, ਨਾ ਕਿ ਗੁਰੂ ਘਰ ਦੇ ਵਜ਼ੀਰ ਕੋਲੋਂ। ਗੁਰੂ ਘਰ ਦੇ ਵਜ਼ੀਰ ਕੋਲ ਤਾਂ ਮੰਗਾਤੀ ਮਾਫੀ, ਪਰ ਜਿਨ੍ਹਾਂ ਨੇ ਉਤੋਂ ਬਾਅਦ 'ਚ ਗਲਤੀ ਕੀਤੀ ਆ ਉਹਨਾਂ ਕੋਲ ਕੋਈ ਮਾਫੀ ਨਹੀਂ। ਉਹ ਵੱਡੀਆਂ ਕੁਰਸੀਆਂ 'ਤੇ ਬਹਿ ਕੇ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਣ ਤੇ ਗੁਰੂ ਘਰ ਦੀ ਜਿਹੜੀ ਮੱਥਾ ਟਿਕਾਈ ਜਿਹੜੀ ਮਾਇਆ ਵਾ ਉਹ ਤੇ ਉਹ ਆਇਸ ਪ੍ਰਸਤੀਆਂ ਕਰਨ। ਉਹਨਾਂ ਨੂੰ ਵੀ ਸੰਗਤ ਦੇ ਸਾਹਮਣੇ ਮਾਫੀ ਮੰਗਣੀ ਚਾਹੀਦੀ ਆ ਤੇ ਇਹ ਗੱਲ ਕਰਨੀ ਚਾਹੀਦੀ ਆ ਕਿ ਸਾਡੇ ਕੋਲ ਗਲਤੀ ਹੋਈ, ਅਸੀਂ ਪ੍ਰਚਾਰਕ ਨੂੰ ਭੇਜ ਕੇ ਉਥੋਂ ਮੁੱਦਾ ਮਿਟਾਉਣ ਵਾਸਤੇ ਇਹ ਕੰਮ ਕੀਤਾ ਤੇ ਅਸੀਂ ਅਗਨ ਭੇਟ ਕਰਨ ਵਾਸਤੇ ਪਾਵਨ ਸਰੂਪ ਗੋਂਦਵਾਲ ਸਾਹਿਬ ਭੇਜਿਆ। ਜੇ ਤੁਸੀਂ ਇਹੋ ਜਿਹੇ ਪਾਵਨ ਸਰੂਪ ਜਿਹੜੇ ਬਹੁਤ ਸੋਹਣੇ ਨੇ, ਕੋਈ ਉਹ ਬਿਰਧ ਨਹੀਂ ਗੇ, ਉਹਨਾਂ ਨੂੰ ਅਗਨ ਭੇਟ ਕਰੋਗੇ ਤੇ ਤੁਸੀਂ ਪਾਪਾਂ ਦੇ ਭਾਗੀ ਨਾ ਬਣੋ। ਇਹ ਗੱਲ ਤੇ ਆਪਾਂ ਨੂੰ ਸਾਰੀ ਸੰਗਤ ਨੂੰ ਵੀ ਸੋਚਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ। ਨਹੀਂ ਹਾਲੇ ਫਤਿਹ ਨਹੀਂ। ਮੈਂ ਇੱਕ ਲਾਸਟ ਵਿੱਚ ਜਾਂਦੇ ਪ੍ਰਧਾਨ ਸਾਹਿਬ ਥੋੜਾ ਜਿਹਾ ਇੱਥੇ ਲੱਗ ਗਿਆ, ਜੋ ਗ੍ਰੰਥੀ ਸਿੰਘ ਵੀ ਕੋਲ ਹੈਗੇ ਨੇ।
ਕੀ ਕਹਿਣਾ ਚਾਹੁੰਦੇ ਹੋ? ਗ੍ਰੰਥੀ ਸਿੰਘ ਭਾਈ ਸਾਹਿਬ ਦਾ ਵੀ ਕਹਿਣਾ ਹੈਗਾ ਕਿ ਤੁਹਾਡੇ ਨਾਲ ਥੋੜਾ ਜਿਹਾ ਟਸ਼ਨਬਾਜੀ ਜੀ ਚੱਲਦੀ ਹੈਗੀ ਆ। ਚਲੋ ਜੋ ਵੀ ਹੋਇਆ ਹੈਗਾ ਹਨਾ ਤੁਹਾਡੇ ਨਗਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੈਂ 1 ਸਾਲ 8 ਮਹੀਨੇ ਤੋਂ ਹਟਿਆ ਹੋਇਆ ਇੱਥੇ। ਜੀ ਚਲੋ ਚਲੋ ਮੈਂ ਡੇਢ ਸਾਲ ਦੀ ਤੁਸੀਂ ਹਾਂ 1.5 ਸਾਲ ਦੀ ਗੱਲ ਹੈਗੀ ਆ। ਜੋ ਵੀ ਹੋਇਆ ਮੈਂ- ਨਹੀਂ ਮੇਰੀ ਗੱਲ ਸੁਣੋ, ਮੇਰੀ ਤੁਸੀਂ ਅਨਪੜ੍ਹ ਨਹੀਂ ਆ, ਕੋਈ ਨਹੀਂ ਆ, ਆਪਾਂ ਵੀ ਸਾਰੇ ਅਨਪੜ੍ਹ ਹੀ ਆ, ਕੋਈ ਏਡੀ ਗੱਲ ਨਹੀਂ ਹੈਗੀ। ਅੱਛਾ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਇਸ ਮਸਲੇ ਨੂੰ ਨਜਿੱਠ ਲਿਆ। ਉਹ ਕਹਿੰਦੇ ਕਿ ਗ੍ਰੰਥੀ ਸਿੰਘ ਤੇ ਜਿਹੜੇ ਕੋਈ ਹੋਰ ਕਮੇਟੀ ਵਾਲੇ ਹੈਗੇ ਕਹਿੰਦੇ ਉਹ ਜ਼ਿੰਮੇਵਾਰ ਨੇ, ਉਹਨਾਂ ਨੇ ਇਹਨਾਂ ਨੂੰ ਸਜ਼ਾ ਲਾਈ ਸੀ, ਇਹਨਾਂ ਨੇ ਸਜ਼ਾ ਭੁਗਤ ਲਈ। ਤੁਹਾਡੀ ਤਸੱਲੀ ਆ ਵੀ ਠੀਕ ਆ ਜੋ ਹੋਇਆ? ਮੈਂ ਤੁਹਾਨੂੰ ਆਖਿਆ ਸੀ ਸਾਨੂੰ ਮਨਜ਼ੂਰ ਹੀ ਨਹੀਂ, ਜਿਹੜੀ ਪਹਿਲੀ ਕਮੇਟੀ ਸੀ ਮੈਂ ਕਿਹਾ ਸਾਨੂੰ ਮਨਜ਼ੂਰ ਨਹੀਂ, ਕਹਿੰਦਾ ਅਸੀਂ ਇਹ ਪੰਜਾਬ ਨੂੰ ਅਸੀਂ ਮੰਨਣੀ। ਠੀਕ ਹੈ, ਨਹੀਂ ਤੁਸੀਂ ਕਿਉਂ ਕਹਿੰਦੇ ਵੀ ਸਾਨੂੰ ਕਿਉਂ ਨਹੀਂ ਮਨਜ਼ੂਰ? ਮੈਨੂੰ ਮਨਜ਼ੂਰ ਨਹੀਂ, ਮਨਜ਼ੂਰ ਸੀ ਸਾਨੂੰ। ਠੀਕ ਹੈ, ਮਤਲਬ ਤੁਹਾਨੂੰ ਲੱਗਦਾ ਵੀ ਦੋਸ਼ੀ ਨਹੀਂ, ਤੁਹਾਨੂੰ ਲੱਗਦਾ ਕਿ ਦੋਸ਼ੀ ਕੋਈ ਹੋਰ ਵਾ? ਨਹੀਂ 600 ਤਨਖਾਹ ਵਧਾ ਲਈ। ਮੈਂ ਕਿਹਾ ਬਾਬਾ ਸਾਨੂੰ ਤਾਂ ਤਨਖਾਹ ਨੂੰ ਛੱਡੋ ਜੀ, ਅਸੀਂ ਉਸ ਗੱਲ ਤੋਂ ਲੈਣ ਦੇਣਾ ਮੇਰੇ ਜਿਹੜੇ ਨਹੀਂ ਮੇਰੇ ਬਾਬਾ ਜੀ ਮੇਰੀ ਗੱਲ ਸੁਣੋ, ਆਪਾਂ ਨੂੰ ਉਹ ਨਹੀਂ ਗੱਲ ਹੈਗੀ। ਅਸੀਂ ਤਾਂ ਚਾਹੁੰਦੇ ਆ, ਦੇਖੋ ਗੁਰੂ ਘਰ ਖੜੇ ਆ, ਕੋਈ ਪੱਤਰਕਾਰੀ ਵਾਲੀ ਗੱਲ ਨਹੀਂ ਹੈਗੀ। ਅਸੀਂ ਚਾਹੁੰਦੇ ਆ ਕਿ ਤੁਸੀਂ ਨਗਰ ਖੇੜੇ 'ਚ ਸੁਖੀ ਰਹੋ ਹਨਾ ਜੀ, ਸਾਰੇ ਸਰਬੱਤ ਦਾ ਭਲਾ ਮੰਗਦੇ ਆਪਾਂ ਸਾਰੇ ਜਾਣੇ ਜਦੋਂ ਦੋਨੇ ਟਾਈਮ ਅਰਦਾਸ ਕਰਦੇ ਆ। ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਤੁਹਾਨੂੰ ਲੱਗਦਾ ਕਿ ਇਹੀ ਦੋਸ਼ੀ ਨੇ ਜਿਨ੍ਹਾਂ ਨੂੰ ਉਹਨਾਂ ਨੇ ਦੋਸ਼ੀ ਬਣਾਤਾ? ਦੇਖੋ ਜਿਹੜੇ ਅੱਖਰ ਆ ਦੂਜੇ ਗੁਰੂ ਸਾਹਿਬ ਤੇ ਉਹ ਬਲੇਡ ਨਾਲ ਮਿਟਾਏ ਗਏ, ਉਹ ਮੈਂ ਮਿਟਾਤੇ, ਉਹ ਮੈਂ ਮਿਟਾਤੇ। ਤੁਹਾਨੂੰ ਕੀ ਲੱਗਦਾ ਕਿਹਨੇ ਮਿਟਾਤੇ? ਉਹ ਇਹਨਾਂ ਦੋਨਾਂ ਨੇ ਮਿਟਾਏ ਆ। ਕਿਹਨਾਂ ਨੇ? ਇਹਨਾਂ ਦੋਨਾਂ ਨੇ। ਇਹ ਗ੍ਰੰਥੀ ਸਿੰਘ ਅਤੇ ਹੋਰ ਕੌਣ? ਉਹਨਾਂ ਭਰਾਵਾਂ 'ਚ ਹੀ ਆ ਇਹ ਗੱਲ। ਹੋਰ ਦੱਸੋ। ਠੀਕ ਹੈ, ਜਿਹੜਾ ਦੂਜੇ ਗੁਰੂ ਸਾਹਿਬ ਲਗਾਏ ਆ ਉਹ ਤੇ ਬਲੇਡ ਮਾਰਿਆ ਹੋਇਆ। ਠੀਕ ਹੈ, ਉਹ ਤੇ ਬਲੇਡ ਮਾਰਿਆ ਹੋਇਆ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ? ਬਲੇਡ ਨਹੀਂ ਮਾਰਿਆ ਜੀ, ਦੇਖੋ ਉਹ ਚੱਚਾ ਸੀਗਾ, ਚੱਚਾ ਮਿਸ ਹੋ ਗਿਆ, ਚੱਚੇ ਨੂੰ ਗੋਲ ਕੀਤਾ ਗਿਆ, ਬਲੇਡ ਕਿਤੇ ਨਹੀਂ ਵੱਜਾ। ਉਹ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੂੰ ਪੁੱਛੋ, ਤੁਸੀਂ ਵੇਖਿਆ ਬਲੇਡ ਵੱਜਾ? ਪਹਿਲਾਂ ਪੁੱਛੋ ਇਹਨਾਂ ਨੂੰ। ਭਾਈ ਸਾਹਿਬ ਤੁਸੀਂ ਆਪ ਦੇਖਿਆ? ਨਹੀਂ ਤੁਸੀਂ ਆਪ ਨਹੀਂ ਦੇਖਿਆ। ਨਹੀਂ ਉਹ ਕਿਸੇ ਬਾਰੇ ਕਹਿ ਰਹੇ ਵੀ ਕਿਸੇ ਹੋਰ ਨੇ ਦੇਖਿਆ, ਆਪ ਨਹੀਂ ਦੇਖਿਆ ਹੈਗਾ। ਖੈਰ ਮੈਨੂੰ ਲੱਗਦਾ ਕਿ ਜੋ ਵੀ ਹੈਗਾ ਨਹੀਂ ਅਨਪੜ੍ਹ ਵਾਲੀ ਗੱਲ ਨਹੀਂ ਹੈਗੀ। ਬਾਬਾ ਜੀ ਗੱਲ ਪਤਾ ਕੀ ਹੈਗੀ, ਤੁਸੀਂ ਆਪਸ ਵਿੱਚ ਲੜੋ ਨਾ। ਦੇਖੋ ਅਸੀਂ ਹੁਣੇ ਆਏ ਹੈਗੇ, ਅਸੀਂ ਉੱਥੋਂ ਹੁਣੇ ਆ ਕੇ ਚਲੇ ਜਾਣਾ ਹੈਗਾ, ਤੁਸੀਂ ਲੜੋ ਨਾ। ਅਸੀਂ ਸਰਬੱਤ ਦਾ ਭਲਾ ਅਸੀਂ ਇਹ ਦੇਖੋ ਆਪ ਤੁਸੀਂ ਇੱਕ ਦੂਜੇ ਨਾਲ ਖੇਬੜਦੇ ਜੋ ਆਪਾਂ ਹਨਾ। ਮਾੜਾ ਮੋਟਾ ਸਾਡੇ ਮਨ 'ਚ ਇਹ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਨਾਲ ਹੋ ਕੇ ਰਿਹਾ, ਪੰਥ ਦੇ ਨਾਲ ਕੀ ਹੋ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੁਸੀਂ ਦੇਖੋ ਨਾ ਹੋ ਕੇ ਰਿਹਾ ਹੈਗਾ। ਖੇਡਦਾ ਨਾ ਕੀ ਗੱਲ ਵੀ ਮੈਂ ਤਾਂ ਹੁਣ ਵੀ ਖੇਡਦਾ। ਖੇਡ ਸਕਦਾ ਉਹ ਜੂਆ ਖੇਡੇਗਾ। ਮੈਂ ਤਾਂ ਖੇਡਣਾ। ਨਹੀਂ ਪ੍ਰਧਾਨ ਸਾਹਿਬ ਤੁਸੀਂ ਜੂਆ ਕੱਲ ਹੀ ਖੇਡਣਾ, ਤੁਸੀਂ ਮੈਂ ਤਾਂ ਕੰਮਾਂ 'ਚ ਆਪਾਂ ਮੈਂ ਤਾਂ ਖੇਡਦਾ। ਅਸੀਂ ਤਾਂ ਨੱਟ ਖੇਡਦਾ। ਨਹੀਂ ਤੁਸੀਂ ਕਹਿੰਦੇ ਮੈਂ ਜੂਆ ਖੇਡਣਾ, ਅਸੀਂ ਇਦਾਂ ਆਪਾਂ ਕਾਹਨੂੰ ਇਦਾਂ ਕੁਝ ਕਰਦੇ ਆ? ਆਪਾਂ ਇਹ ਵੀ ਨਹੀਂ ਕਹਿੰਦੇ ਵੀ ਚਲੋ ਤੁਸੀਂ ਜੂਆ ਖੇਡੋ ਚਾਹੇ ਨਾ ਖੇਡੋ, ਪਰ ਆਪਾਂ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਗੱਲ ਕਰਦੇ ਹਾਂ ਜੀ। ਭਾਈ ਖੋਸਾ ਜੀ ਬਸ ਮੈਨੂੰ ਲੱਗਦਾ ਕਿ ਆਪਾਂ ਸਮਾਪਤੀ ਕਰੀਏ। ਮੈਂ ਪਹਿਲਾਂ ਵੀ ਕਿਹਾ ਕਿ ਪਿੰਡ ਵਾਲਿਆਂ ਨੂੰ ਲੜਨ ਦੀ ਲੋੜ ਨਹੀਂ ਹੈਗੀ ਹੈ ਨਾ ਜੀ। ਹੁਣ ਲੜੀ ਜਾਂਦੇ ਆਪਸ ਵਿੱਚ, ਇੱਕ ਦੂਜੇ ਦੇ ਦੋਸ਼ ਲਾਉਂਦੇ ਆ। ਉਹ ਕਹਿੰਦੇ ਕਿ ਇਹ ਕਹਿ ਰਹੇ ਹੈਗੇ, ਕਹਿੰਦੇ ਮੈਂ ਹੈਗਾ ਅਨਪੜ੍ਹ ਵਾਂ, ਸਾਬਕਾ ਆ ਕਹਿੰਦੇ ਮੈਂ, ਤੇ ਪਰ ਕਹਿੰਦੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਦੇ ਪਰ ਬਲੇਡ ਦੇ ਨਾਲ ਕਹਿੰਦੇ ਕੁਛ ਮਟਿਆ ਵੀ ਹੋਇਆ। ਜਦੋਂ ਪੁੱਛਦੇ ਆ ਵੀ ਤੁਸੀਂ ਮਟਿਆ? ਨਹੀਂ ਮੈਂ ਦੇਖਿਆ ਨਹੀਂ ਕਹਿੰਦੇ ਹੈਗਾ। ਹੁਣ ਦੋਸ਼ ਲਾਉਂਦੇ ਕਹਿੰਦੇ ਜੂਆ ਖੇਡਦਾ, ਉਹ ਕਹਿੰਦੇ ਮੈਂ ਖੇਡਦਾ ਕਹਿੰਦੇ। ਚਲੋ ਆਪਾਂ ਕਿਸੇ ਨੂੰ ਰੋਕ ਤਾਂ ਨਹੀਂ, ਜੋ ਵੀ ਹੈਗਾ ਕਿੱਦਾਂ ਕੀ ਹੱਲ ਹੋਵੇ ਹੁਣ ਇਹਦਾ? ਤੇ ਮਾੜੀਆਂ ਹਰਕਤਾਂ ਕਿਸੇ ਨੂੰ ਕਰਨੀਆਂ ਨਹੀਂ ਚਾਹੀਦੀਆਂ। ਜੂਆ ਖੇਡਣਾ, ਤਾਸ਼ ਖੇਡਣੀ ਸਿੱਖੀ ਦਾ ਅਸੂਲ ਨਹੀਂ ਹੈਗਾ। ਪਰ ਜੋ ਮੈਨੂੰ ਲੱਗਦਾ ਕਿ ਪਿੰਡ 'ਚ ਟਸ਼ਨਬਾਜੀ ਹੈਗੀ ਆ ਬਾਬਾ ਜੀ, ਸਾਫ਼ ਜ਼ਾਹਰ ਹੋਣ ਦੀ, ਕੈਮਰੇ 'ਚ ਸੱਜਣ ਸਾਰੇ ਦੇਖ ਰਹੇ ਆ। ਇੱਕ ਹੈਗੀ ਆ ਨਾ, ਕਿਸੇ ਦੇ ਜੂਆ ਖੇਡਣ ਨਾਲ ਇਹ ਬੇਅਦਬੀ ਮਿਟ ਜਾਣੀ ਆ, ਤੇ ਨਾ ਹਟਾਉਣ ਵਾਲਿਆਂ ਦੇ ਕਹਿਣ ਨਾਲ ਮਿਟ ਜਾਣੀ ਆ। ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ। ਗੱਲ ਸਾਹਮਣੇ ਆ ਗਈ ਆ, ਲਗਭਗ ਅਸੀਂ ਨੇੜੇ ਪਹੁੰਚ ਜਾਵਾਂਗੇ, ਇਹਨੂੰ ਕੱਢ ਕੇ ਛੱਡਾਂਗੇ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਰਦਾ ਵਧੀਕੀ, ਉਹ ਬਖਸ਼ਿਆ ਨਹੀਂ ਜਾਣਾ, ਚਾਹੇ ਉਹ ਐਸ ਪਾਲੇ ਦਾ ਹੋਵੇ, ਚਾਹੇ ਉਹ ਐਸ ਪਾਲੇ ਦਾ ਹੋਵੇ। ਸਾਨੂੰ ਉਹਨਾਂ ਕੋਈ ਮਤਲਬ ਨਹੀਂ ਹੈ। ਸਾਡੇ ਲਈ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਇਹਨਾਂ 'ਚੋਂ, ਨਾ ਸਾਡਾ ਕੋਈ ਮਾਸੀ ਦਾ ਪੁੱਤ ਹੈ। ਜਿਹਨੇ ਗੁਰੂ ਗ੍ਰੰਥ ਸਾਹਿਬ ਨਾਲ ਵਧੀਕੀ ਕੀਤੀ ਆ, ਨਾ ਬਖਸ਼ਿਆ ਅੱਗੇ ਤੇ ਨਾ ਬਖਸ਼ਣਾ ਅਗਾਂਹ। ਤੇ ਜਿਹੜਾ ਉਹ ਇਹਨਾਂ ਨੂੰ ਬਚਾਉਣ ਵਾਲਾ ਉਹ ਗਰੇਵਾਲ ਆ, ਉਹ ਵੀ ਆਪਦਾ ਹੁਣ ਪੜਿਆ ਵਿਚਾਰ ਲੈ ਵੀ ਇਹ ਗੱਲ ਜਦੋਂ ਤੁਹਾਡੇ ਕੋਲ ਆ ਗਈ ਹੈ। ਅੱਗੇ ਇਹ ਚਾਰ ਦੀਵਾਰੀ 'ਚ ਸੀਗੀ, ਇਹ ਸ਼ੇਰਪੁਰ ਕਲਾਂ ਦੀ ਚਾਰ ਦੀਵਾਰੀ 'ਚ ਸੀਗੀ, ਇਹ ਤੁਹਾਡੇ ਕੈਮਰਿਆਂ 'ਚ ਆ ਗਈ, ਵਰਲਡ ਦੀ ਚਾਰ ਦੀਵਾਰੀ 'ਚ ਆ ਗਈ। ਤੇ ਇਹ ਬਖਸ਼ੇ ਨਹੀਂ ਜਾਣਗੇ ਬੰਦੇ। ਮਤਲਬ ਤੁਸੀਂ ਦੋਸ਼ੀ ਲੱਭ ਕੇ ਕੈਮਰੇ ਦੇ ਮੂਹਰੇ ਖਿਲਾਰ ਦੋਗੇ? ਗੁਰੂ ਕਿਰਪਾ ਕਰੇਗਾ ਜੀ, ਹੋਏਗਾ, ਇਦਾਂ ਹੀ ਹੋਏਗਾ। ਉਹ ਕਿਉਂ ਨਾ ਕਰ ਸਕੇ? ਉਹਨਾਂ ਨੇ ਕਿਉਂ ਨਾ ਕੀਤਾ? ਉਹ ਤਾਂ ਹੁਣ ਉਹਨਾਂ ਦਾ, ਇਹ ਤਾਂ ਉਹਨਾਂ ਦਾ ਸਵਾਲ ਆ। ਉਹ 328 ਸਰੂਪ ਖੁਦ ਕਰਕੇ ਸਾਰਾ ਕੁਝ ਉਹ ਨਾ ਕਰ ਸਕੇ, ਉਹਨਾਂ ਨੇ ਇਹਨਾਂ ਨੂੰ ਕੀ ਲੱਭਣਾ ਸੀਗਾ? ਬਿਲਕੁਲ ਮੈਨੂੰ ਲੱਗਦਾ ਕਿ ਗਰੇਵਾਲ ਸਾਹਿਬ ਜ਼ਰੂਰ ਜਵਾਬ ਦੇਣੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਤਖਤਾਂ ਦੇ ਉੱਪਰ ਕਾਬਜ਼ ਜਥੇਦਾਰ ਜ਼ਰੂਰ ਜਵਾਬ ਦੇ ਨੇ ਕਿ ਜੇ ਇਹ ਸੱਜਣ ਕਹਿ ਰਹੇ ਹੈਗੇ ਕਿ ਅਸੀਂ ਦੋਸ਼ੀ ਲੱਭ ਕੇ ਕੈਮਰੇ ਮੂਹਰੇ ਕਰ ਦਾਂਗੇ,
ਜਿਨ੍ਹਾਂ ਨੂੰ ਦੋਸ਼ੀ ਠਹਿਰਾਤਾ ਗਿਆ ਹੈਗਾ ਉਹ ਅੱਜ ਵੀ ਕਹਿ ਰਹੇ ਕਿ ਅਸੀਂ ਕੋਈ ਦੋ ਕਸੂਰ ਨਹੀਂ ਕੀਤਾ ਹੈਗਾ, ਪਰ ਉਹ ਸਜ਼ਾ ਫਿਰ ਵੀ ਭੁਗਤ ਕੇ ਆਏ ਆ। ਉਹ ਕਹਿੰਦੇ ਕਿ ਅਸੀਂ ਤਾਂ ਭੁਗਤ ਲਈ ਸੀ, ਕਹਿੰਦੇ ਉਹ ਸਾਨੂੰ ਕਹਿੰਦੇ ਸੀਗੇ ਕਿ ਚਲੋ ਹੋਊ ਕੋਈ ਗੱਲ ਨਹੀਂ, ਲੜੋ ਨਾ ਆਪਸ ਵਿੱਚ ਤੇ ਤੁਸੀਂ ਕੰਮ ਕਰ ਲਓ। ਹੁਣ ਜੇ ਕੱਲ੍ਹ ਨੂੰ ਇੱਥੇ ਕੋਈ ਵੱਡੀ ਘਟਨਾ ਵਾਪਰ ਜਾਂਦੀ ਆ ਤਾਂ ਮੈਨੂੰ ਲੱਗਦਾ ਕਿ ਸਾਨੂੰ ਫੇਰ ਕਹਿਣਗੇ ਫੇਰ ਮੰਨ ਜਾਓ, ਅਸੀਂ ਫੇਰ ਮੰਨ ਜਾਾਂਗੇ। ਇਦਾਂ ਨਹੀਂ ਹੁੰਦਾ ਬਾਬਾ ਜੀ, ਮੈਨੂੰ ਲੱਗਦਾ ਕਿ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ। ਜਾਂ ਤੇ ਫਿਰ ਇੱਥੇ ਕਹੋ ਕਿ ਸਾਡੇ ਤੇ ਉਹਨਾਂ ਨੇ ਪ੍ਰੈਸ਼ਰ ਪਾਇਆ ਸੀਗਾ, ਹੈ ਨਾ। ਸੋ ਖਾਲਸਾ ਪੰਥ ਮੈਨੂੰ ਲੱਗਦਾ ਕਿ ਸਾਰਾ ਦੇਖਦਾ ਹੈਗਾ, ਸਾਰੀ ਗੱਲਬਾਤ ਨੂੰ ਜ਼ਰੂਰ ਇਦਾਂ ਦੇ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਹੈ। ਕੁਛ ਹੋਰ ਬਸ ਠੀਕ ਆ ਜੀ, ਹੁਣ ਆਪਾਂ ਹਜੇ ਥੋੜਾ ਜਿਹਾ ਇਨਵੈਸਟੀਗੇਸ਼ਨ ਹੈਗਾ, ਥੋੜਾ ਜਿਹਾ ਟਾਈਮ ਦੇ ਦਿਓ, ਆਪਾਂ ਕੁਝ ਪੁੱਛ ਪੜਤਾਲ ਕਰਨੀ, ਕੁਝ ਕੋਈ ਗੱਲਬਾਤ। ਆਪਾਂ ਉਮੀਦ ਕਰਦੇ ਹਾਂ ਜੀ ਕਿ ਜਿਹੜਾ ਮਾਮਲਾ ਹੈਗਾ ਇਹਦੀ ਤਹਿ ਤੱਕ ਜ਼ਰੂਰ ਜਾਇਆ ਜਾਊਗਾ, ਔਰ ਜਿਹੜਾ ਅਸਲ ਦੋਸ਼ੀ ਆ ਜਿਹਨੇ ਇਹ ਕੋਈ ਕਸੂਰ ਕੀਤਾ ਹੈਗਾ ਉਹ ਸਾਹਮਣੇ ਜ਼ਰੂਰ ਆਊਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।